आओ प्रभु के वचन के विच चलिए। इस तो पहला असीं अगे बढ़ांगे। असीं थोड़ियां जिहियां चीज़ां जिहड़ियां वो क्लैरिफाई करनियां चाहांगे, क्योंकि जिस वेले असीं प्रभु के वचन के विचों ही देखते पे कुछ क्वेश्चन जिहड़े वो तरनजीत ने उठाए सके, और मैंने पता कि जिस वेले एक बंदे के क्वेश्चन होंगे तो सारियां दे क्वेश्चन कईयां दा वो क्वेश्चन। पहला क्वेश्चन कि यूसुफ जिहड़ा सी ਇਹਦੇ घर जिहड़ी पत्नी आई सी वो किहदी धी सी। यूसुफ ਨੂੰ प्रभु जिसले अपने भरावां तो दूर लैके गया, जिस पोटिफर ने उसनू खरीदिया सीगा, जिसके घर दे विच उसने काम कीता सी, जिसके घर दे विच प्रभु ने उसनू उच्चा उठाया सी, और जिसके घर दे विच ही उसके उत्ते कोई झूठा इल्जाम लगा सी, उसी दी धी सी। उसी दी धी दे नाल जो इजिप्ट दी महारानी दी मेन जिहड़ी हुंदी है, एक मेन पर्सन हुंदा जिहड़ा रानी दी सारी देखभाल कर रहा हुंदा, रानी दे नौकरां दे सारी देखभाल कर रहा। वो एक ऐसा पर्सन हुंदा जिस दे नाल रानी अपने दिल दी गल कर सकदी। सो उत्थे दी क्वीन दी वो जिहड़ी सीगी सैकंड इन कमांड जिहड़ी सीगी, जिहड़ी मेन उसदी सांभ संभाल करदी सी वो सी। और क्योंकि पोटिफर जिहड़ा सीगा बेसिकली होम मिनिस्टर सी, और राजा तो बाद जिहड़ी सब तो वड्डी पोजीशन सीगी वो पोटिफर दी सी। लेकिन उन्होंने एक ऐसी पोजीशन उसने क्रिएट की थी जिहड़ी पोटिफर तो उच्ची सी, और उसने पोटिफर दी धी उसदे नाल इस करके ब्याही सी कि पोटिफर ਉਹਦੇ ਨਾਲ ਜੈਲਸ ਨਾ ਹੋਵੇ, ਬਲਕਿ ਇਸ ਚੀਜ਼ ਤੋਂ ਖੁਸ਼ ਹੋਵੇ ਕਿ ਮੇਰੀ ਧੀ ਨੂੰ ਔਰ ਮੇਰੇ ਜਵਾਈ ਨੂੰ ਪ੍ਰਭੂ ਨੇ ਮੇਰੇ ਤੋਂ ਵੀ ਵੱਡਾ ਅਹੁਦਾ ਦਿੱਤਾ। ਸੋ ਰਾਜਿਆਂ ਦੇ ਕੋਲ ਬਹੁਤ ਬੁੱਧ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਸੀ ਕੀ ਕਰਦੇ। ਬਚਪਨ ਤੋਂ ਉਹਨਾਂ ਨੂੰ ਰਾਜ ਕਰਨਾ ਸਿਖਾਇਆ ਜਾਂਦਾ। ਸੋ ਅਸੀਂ ਉਹ ਬੁੱਧ ਇੱਥੇ ਦੇਖਦੇ ਪਏ ਹਾਂ। ਸੋ ਇਹ ਇੱਕ ਸਵਾਲ ਤਰਨਜੀਤ ਦਾ ਸੀ। ਅਗਰ ਕਿਸੇ ਹੋਰ ਦਾ ਵੀ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਜਿਸ ਤਰ੍ਹਾਂ ਉਸ ਨੂੰ ਲਿਖ ਕੇ ਰੱਖ ਲਓ ਜਾਂ ਪੁੱਛ ਲਓ, ਕਿਉਂਕਿ ਜੇ ਮੇਰੇ ਕੋਲ ਨਹੀਂ ਹੋਊਗਾ ਜਵਾਬ ਨਹੀਂ ਹੋਊਗਾ, ਆਈ ਡੋਂਟ ਨੋ ਐਵਰੀਥਿੰਗ, ਲੇਕਿਨ ਮੈਂ ਪੜ੍ਹ ਕੇ ਉਸਦਾ ਕਿਤੋਂ ਨਾ ਕਿਤੋਂ ਲੱਭ ਕੇ ਤੁਹਾਨੂੰ ਜ਼ਰੂਰ ਜਵਾਬ ਦੇ ਸਕਦਾ। ਸੋ ਇਹ ਮੇਨ ਚੀਜ਼ ਆ, ਅਸੀਂ ਸ਼ੁਰੂ ਤੋਂ ਬਾਈਬਲ ਸ਼ੁਰੂ ਕੀਤੀ ਹੈ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਕਸੀਮਮ ਚੀਜ਼ਾਂ ਨੂੰ ਕਵਰ ਕਰ ਦੇਵਾਂ, ਲੇਕਿਨ ਫਿਰ ਵੀ ਕਈ ਚੀਜ਼ਾਂ ਮਿਸ ਹੋ ਜਾਂਦੀਆਂ, ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚੋਂ ਤੁਸੀਂ ਸਾਰੀਆਂ ਚੀਜ਼ਾਂ ਕਵਰ नहीं कर सकते। तो आओ हम असी अपने जिथे पहुंच चुके हैं, असी 44वें भाग देख लिया सीगा। 45वें भाग दे विच हुण असी आ चुके हैं। अज असी 45वां भाग और इस दे विच एक ऐसी बरकत देखांगे जिस दे विचों प्रभु यीशु मसीह दी महक आएगी, क्योंकि असी एक प्रभु यीशु मसीह की टाइपोलॉजी भी देखते पे हैं कि जिहड़े प्रभु यीशु मसीह के तरह के बंदे होए आ, लेकिन वो 100% यीशु मसीह नहीं सी। प्रभु यीशु मसीह का आत्मा जिहड़ा सीगा वो रह के काम करदा पिया सी। लेकिन उत्थों सानू बहुत चीज़ों का पता लगेगा कि जगह जगह ते टाइप्स आए आ, लोगों ने अपनी नज़र उन्हां ते लाती, पर वो नहीं सके, क्योंकि वो संपूर्ण नहीं सके, अपूर्ण से। संपूर्णता जी सारी की सारी सी प्रभु यीशु मसीह दे विच आके बसी है। सो 45वां भाव आओ असी हुण एक आयत तो लैके 14 आयत 15 आयत तक पहला देखें, जिसनूं मैं पढ़ दूंगा सी। ਇਹ ਜਗ੍ਹਾ 69 यूसुफ अपने ਭਰਾਵਾਂ ਤੇ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਅੰਤ यूसुफ ਇਹ ਸਭ ਸੁਣ ਕੇ ਆਪਣੇ ਆਪ ਤੇ ਹੋਰ ਕਾਬੂ ਨਾ ਕਰ ਸਕਿਆ। ਉਸਨੇ ਆਪਣੇ ਸਭ ਨੌਕਰਾਂ ਨੂੰ ਕਿਹਾ, ਤੁਸੀਂ ਵੀ ਜਾਓ ਅਤੇ ਬਾਕੀ ਸਭ ਨੂੰ ਵੀ ਬਾਹਰ ਕੱਢ ਦਿਓ। ਉਸ ਸਮੇਂ ਉੱਥੇ ਕੋਈ ਨਹੀਂ ਸੀ ਜਦੋਂ यूसुफ ਨੇ ਆਪਣੇ ਭਰਾਵਾਂ ਤੇ ਆਪਣੇ ਆਪ ਨੂੰ ਪ੍ਰਗਟ ਕੀਤਾ। ਉਹ ਉਸ ਸਮੇਂ ਇੰਨੇ ਜ਼ੋਰ ਨਾਲ ਬੋਲਿਆ ਕਿ ਮਿਸਰੀਆਂ ਨੇ ਵੀ ਸੁਣਿਆ। ਇਹ ਸਮਾਚਾਰ ਰਾਜਾ ਦੇ ਮਹਿਲ ਵਿੱਚ ਵੀ ਦੱਸਿਆ ਗਿਆ। यूसुफ ਨੇ ਆਪਣੇ ਭਰਾਵਾਂ ਨੂੰ ਕਿਹਾ, ਮੈਂ यूसुफ ਹਾਂ,
ਕਿ ਮੇਰਾ ਪਿਤਾ ਜਿਉਂਦਾ ਹੈ। ਇਹ ਸੁਣ ਕੇ ਉਸਦੇ ਭਰਾ ਡਰ ਗਏ ਕਿ ਉਹਨਾਂ ਲਈ ਬੋਲਣਾ ਵੀ ਕਠਿਨ ਹੋ ਗਿਆ। ਪਰ ਯੂਸਫ ਨੇ ਉਹਨਾਂ ਨੂੰ ਕਿਹਾ, ਕਿਰਪਾ ਕਰਕੇ ਮੇਰੇ ਨੇੜੇ ਆਓ। ਉਹ ਉਸਦੇ ਨੇੜੇ ਆ ਗਏ ਤਾਂ ਉਹ ਬੋਲਿਆ, ਮੈਂ ਤੁਹਾਡਾ ਭਰਾ ਯੂਸਫ ਹਾਂ, ਜਿਸ ਨੂੰ ਤੁਸੀਂ ਮਿਸਰ ਵਿੱਚ ਵੇਚ ਦਿੱਤਾ ਸੀ। ਪਰ ਹੁਣ ਤੁਸੀਂ ਇਸ ਦੇ ਲਈ ਪਛਤਾਓ ਨਾ ਅਤੇ ਨਾ ਹੀ ਆਪਣੇ ਆਪ ਨੂੰ ਦੋਸ਼ੀ ਠਹਿਰਾਓ। ਅਸਲ ਵਿੱਚ ਇਹ ਪਰਮੇਸ਼ਵਰ ਸੀ ਜਿਸ ਨੇ ਮੈਨੂੰ ਮਿਸਰ ਵਿੱਚ ਤੁਹਾਡੇ ਤੋਂ ਪਹਿਲਾਂ ਘੱਲਿਆ ਕਿ ਤੁਹਾਡੀਆਂ ਸਭ ਦੀਆਂ ਜਾਨਾਂ ਬਚ ਜਾਣ। ਇਹ ਅਕਾਲ ਦਾ ਦੂਜਾ ਸਾਲ ਹੈ ਅਤੇ 5 ਸਾਲ ਹੋਰ ਅਕਾਲ ਰਹੇਗਾ, ਜਿਸ ਵਿੱਚ ਕੋਈ ਪੈਦਾਵਾਰ ਨਹੀਂ ਹੋਵੇਗੀ। ਪਰਮੇਸ਼ਵਰ ਨੇ ਮੈਨੂੰ ਘੱਲਿਆ ਕਿ ਸਾਡਾ ਵੰਸ਼ ਬਚਿਆ ਰਹਿ ਸਕੇ। ਉਸਨੇ ਮੈਨੂੰ ਘੱਲਿਆ ਕਿ ਮੈਂ ਤੁਹਾਡੇ ਨਾਲ ਕਈਆਂ ਦੇ ਜੀਵਨਾਂ ਨੂੰ ਬਚਾਵਾਂ। ਇਸ ਲਈ ਮੈਨੂੰ ਇੱਥੇ ਘੱਲਣ ਵਾਲੇ ਤੁਸੀਂ ਨਹੀਂ ਸਗੋਂ ਪਰਮੇਸ਼ਵਰ ਸੀ। ਉਸਨੇ ਹੀ ਮੈਨੂੰ ਮਿਸਰ ਦੇ ਰਾਜਾ ਦਾ ਸਭ ਤੋਂ ਵੱਡਾ ਅਧਿਕਾਰੀ ਬਣਾਇਆ ਹੈ। ਅਸਲ ਵਿੱਚ ਮੈਂ ਸਾਰੇ ਮਿਸਰ ਦਾ ਹਾਕਮ ਹਾਂ। ਹੁਣ ਤੁਸੀਂ ਛੇਤੀ ਕਰੋ ਅਤੇ ਮੇਰੇ ਪਿਤਾ ਕੋਲ ਜਾਓ ਅਤੇ ਦੱਸੋ, ਤੁਹਾਡਾ ਪੁੱਤਰ ਇਹ ਕਹਿੰਦਾ ਹੈ, ਪਰਮੇਸ਼ਵਰ ਨੇ ਮੈਨੂੰ ਸਾਰੇ ਮਿਸਰ ਦਾ ਹਾਕਮ ਬਣਾਇਆ ਹੈ ਅਤੇ ਹੁਣ ਤੁਸੀਂ ਮੇਰੇ ਕੋਲ ਤੁਰੰਤ ਆ ਜਾਵੋ। ਤੁਸੀਂ ਮੇਰੇ ਕੋਲੋਂ ਗੋਸ਼ਾਨ ਦੇ ਇਲਾਕੇ ਵਿੱਚ ਰਹਿ ਸਕਦੇ ਹੋ। ਇਸ ਤਰ੍ਹਾਂ ਤੁਸੀਂ ਮੇਰੇ ਨੇੜੇ ਰਹਿ ਸਕੋਗੇ, ਅਰਥਾਤ ਤੁਸੀਂ, ਤੁਹਾਡੇ ਬੱਚੇ, ਤੁਹਾਡੇ ਪੋਤੇ ਪੋਤੀਆਂ, ਤੁਹਾਡੀਆਂ ਭੇਡਾਂ ਬੱਕਰੀਆਂ, ਤੁਹਾਡੇ ਜਾਨਵਰ ਅਤੇ ਸਭ ਕੁਝ ਜੋ ਵੀ ਤੁਹਾਡੇ ਕੋਲ ਹੈ। ਗੋਸ਼ਾਨ ਵਿੱਚ ਮੈਂ ਤੁਹਾਡੀ ਦੇਖਭਾਲ ਚੰਗੀ ਤਰ੍ਹਾਂ ਕਰ ਸਕਾਂਗਾ। ਅਕਾਲ ਦੇ ਅਜੇ 5 ਸਾਲ ਹੋਰ ਬਾਕੀ ਹਨ। ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਬਾਲ ਬੱਚੇ ਜਾਂ ਜਾਨਵਰ ਭੁੱਖੇ ਮਰ ਜਾਣ। ਯੂਸਫ ਨੇ ਅੱਗੇ ਕਿਹਾ, ਹੁਣ ਤੁਸੀਂ ਮੇਰੇ ਭਰਾ ਬੈਨੀਯਾਮੀਨ ਸਮੇਤ ਮੈਨੂੰ ਦੇਖ ਰਹੇ ਹੋ ਕਿ ਮੈਂ ਸੱਚਮੁੱਚ ਯੂਸਫ ਹੀ ਹਾਂ। ਤੁਸੀਂ ਮੇਰੇ ਪਿਤਾ ਨੂੰ ਇਹ ਸਭ ਕੁਝ ਦੱਸੋ ਕਿ ਮੇਰਾ ਮਿਸਰ ਵਿੱਚ ਕਿੰਨਾ ਮਾਣ ਹੈ। ਤੁਸੀਂ ਤੁਰੰਤ ਜਾਓ ਅਤੇ ਮੇਰੇ ਪਿਤਾ ਨੂੰ ਇੱਥੇ ਲੈ ਆਓ। ਫਿਰ ਯੂਸਫ ਆਪਣੇ ਭਰਾ ਬੈਨੀਯਾਮੀਨ ਨੂੰ ਜੱਫੀ ਵਿੱਚ ਲੈ ਕੇ ਰੋਇਆ। ਬੈਨੀਯਾਮੀਨ ਵੀ ਆਪਣੇ ਭਰਾ ਦੇ ਗਲ ਲੱਗ ਕੇ ਰੋਇਆ। ਯੂਸਫ ਨੇ ਆਪਣੇ ਸਭ ਭਰਾਵਾਂ ਦੇ ਮੂੰਹ ਮੱਥੇ ਚੁੰਮੇ। ਤਦ ਉਹ ਇੱਕ ਦੂਜੇ ਨਾਲ ਗੱਲਬਾਤ ਕਰਨ ਲੱਗੇ। ਆਮੇਨ। ਇੱਥੇ ਅਸੀਂ ਪ੍ਰਭੂ ਯਿਸੂ ਮਸੀਹ ਦੀ ਇੱਕ ਛਾਇਆ ਦੇਖਦੇ ਪਏ ਹਾਂ। ਜਿਸ ਤਰ੍ਹਾਂ ਉਸ ਸਮੇਂ ਅਕਾਲ ਇੱਕ ਸੀਗਾ, ਅੱਜ ਅਸੀਂ ਖਾਣੇ ਵੱਲੋਂ ਤਾਂ ਅਕਾਲ ਨਹੀਂ ਗਾ, ਲੇਕਿਨ ਆਤਮਾ ਦੇ ਵੱਲੋਂ ਅਗਰ ਅਸੀਂ ਦੇਖੀਏ, ਆਪਣੇ ਆਲੇ ਦੁਆਲੇ ਝਾਤੀ ਮਾਰੀਏ, ਔਰ ਕਈ ਵਾਰੀ ਅਸੀਂ ਆਪਣੀ ਚਰਚ ਵਿੱਚ ਵੀ ਝਾਤੀ ਮਾਰਦੇ ਹਾਂ, ਤਾਂ ਅਸੀਂ ਕਹਿੰਦੇ ਕਿ ਕਿਸ ਤਰ੍ਹਾਂ ਇਹ ਪ੍ਰਭੂ ਯਿਸੂ ਮਸੀਹ ਨੂੰ ਅਸੀਂ ਇਸ ਵੇਲੇ ਆਪਣਾ ਵੇਟਰ ਬਣਾਇਆ ਹੈ। ਦੇਖੋ, ਆਤਮਿਕ ਕਾਲ, ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਜਿਸ ਵੇਲੇ ਆਪਣੇ ਲੋਕਾਂ ਦੇ ਵਿੱਚ ਆਏ ਸੀਗੇ, ਜਿਸ ਲਈ ਉਹ ਇਜ਼ਰਾਈਲ ਦੇ ਘਰਾਣੇ ਦੇ ਵਿੱਚ ਆਏ ਸੀਗੇ, ਜਿਸ ਲਈ ਉਹ ਜਨਮ ਉਹਨਾਂ ਨੇ ਲੈ ਕੇ ਉਹ ਆਏ ਸੀ, ਉਹਨਾਂ ਨੇ ਉਹ ਇੱਕ ਆਤਮਿਕ ਕਾਲ ਤੇ ਉਹ ਜਿਹੜੀ ਆਤਮਿਕ ਜੀਵਨ ਦਾ ਇੱਕ ਉਹਨਾਂ ਦੇ ਅੰਦਰ ਜਿਹੜਾ ਕਾਲ ਸੀਗਾ, ਉਸ ਫਰੀਸੀ ਸਦੂਕੀਆਂ ਨੇ ਆਪਣੇ ਤਰੀਕੇ ਬਣਾ ਲਏ ਉਸ ਸੀਗੇ। ਫਰੀਸੀ ਕਹਿ ਰਹੇ ਸੀ ਕਿ ਅਸੀਂ ਸਹੀ ਹਾਂ ਕਿਉਂਕਿ ਅਸੀਂ ਨਾ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਦੇਖਦੇ ਪਏ ਹਾਂ। ਸਦੂਕੀ ਕਹਿ ਰਹੇ ਸੀ ਕਿ ਅਸੀਂ ਸਹੀ ਹਾਂ, ਅਸੀਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਦੇਖਦੇ ਪਏ ਹਾਂ। ਧਰਮ ਗ੍ਰੰਥੀ ਕਹਿੰਦੇ ਸੀ ਕਿ ਅਸੀਂ ਸਹੀ ਹਾਂ, ਅਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਦੇਖਦੇ ਪਏ ਹਾਂ। ਪਰ ਫਿਰ ਉਸ ਤੋਂ ਬਾਅਦ 2-3 ਗਰੁੱਪ, ਮੇਨ ਗਰੁੱਪ ਹੋਰ ਸੀਗੇ, ਜਿਨ੍ਹਾਂ ਦੇ ਵਿੱਚੋਂ ਅਸੀਮ ਸੀਗੇ, ਜਿਨ੍ਹਾਂ ਦੇ ਵਿੱਚੋਂ ਯਹੋਨਾ ਬਪਤਿਸਮਾ ਦੇਣ ਵਾਲਾ ਆਇਆ ਸੀ। ਉਹ ਜਾ ਕੇ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਜਾ ਕੇ ਬਹਿ ਗਏ, ਔਰ ਜਿੱਥੋਂ ਅੱਜ ਸਾਰੇ ਨਿਸ਼ਾਨਾਤ ਮਿਲਦੇ ਪਏ, ਅੱਜ ਅਸੀਂ ਉਸ ਥਾਂ ਤੇ ਪਹੁੰਚਾਂਗੇ, ਉੱਥੇ ਜਾ ਕੇ ਅਸੀਂ ਸਾਰੀਆਂ ਉਹ ਚੀਜ਼ਾਂ ਦੇਖਾਂਗੇ। ਉੱਥੇ ਜਾ ਕੇ ਛੁਪ ਕੇ ਬਹਿ ਗਏ ਕਿ ਅਸੀਂ ਸਹੀ ਹਾਂ। ਔਰ ਉਸ ਤੋਂ ਬਾਅਦ ਸਿਕਾਰੀ ਸੀ, ਜਿਨ੍ਹਾਂ ਦੇ ਵਿੱਚੋਂ ਯਹੂਦਾ ਇਸਕਰਿਓਤੀ ਸੀਗਾ। ਉਹਨਾਂ ਨੇ ਸੋਚਿਆ ਕਿ ਅਸੀਂ, ਸਿਕਾਰੀ ਹੁੰਦੀ ਛੋਟੀ ਤਲਵਾਰ ਨੂੰ ਸਿਕਾਰੀ ਕਹਿੰਦੇ ਬਈ, ਉਹਨਾਂ ਨੇ ਇੱਕ ਛੋਟੀ ਜਿਹੀ ਤਲਵਾਰ ਆਪਣੇ ਕੋਲ ਲੁਕੋ ਕੇ ਰੱਖੀ ਹੁੰਦੀ ਸੀ, ਜਿੱਥੇ ਕਿਤੇ ਕੱਲਾ ਦੁਕੱਲਾ ਉਹਨਾਂ ਨੂੰ ਰੋਮਨ ਮਿਲ ਜਾਂਦਾ ਸੀ, ਉਹਨੂੰ ਮਾਰ ਦਿੰਦੇ ਸੀ। ਉਹਨਾਂ ਨੇ ਸੋਚਿਆ ਸੀ ਕਿ ਰੋਮ ਨੂੰ ਅਸੀਂ ਏਦਾਂ ਹੀ ਖਤਮ ਕਰ ਦਿੰਦੇ। ਉਹਨਾਂ ਦਾ ਜ਼ੋਰ ਸੀ ਗਿਆ ਸੀ ਸਹੀ, ਪਰ ਆਤਮਿਕ ਤੌਰ ਤੇ ਸਾਰਿਆਂ ਦੇ ਵਿੱਚ ਇੱਕ ਕਾਲ ਸੀ।
और प्रभु यसू मसीह जिसले यरूशलेम के अंदर जाण तो पहला होर होए, मैं कितनी बार चाहया कि जिस तरह मुर्गी अपने बच्चों अपने खंभां दे थले लै ले, मैं तुहानू अपने खंभां दे थले छुपा लवां, पर तुसीं नहीं चाहया। और याद रखो, ये वादे दे लोग, ये वादे दे लोग, ਅਸੀਂ ਉਹਨਾਂ ਦੋ ਮੁਲਕਾਂ ਦੇ ਵਿੱਚ ਬੈਠੇ ਹਾਂ ਜਿੱਥੋਂ ਸਭ ਤੋਂ ਜ਼ਿਆਦਾ ਸਾਡੀ ਮੁਸੀਬਤ ਦੇ ਵਿੱਚ ਕਲਟਾਂ ਆਈ। क्या मोर्मनिज्म, क्या यहोवा विटनेस, और क्या अज जिहड़ा रौला पै रहा इन्ना करिश्मा मूवमेंट का इन्ना रौला पिया। ਅਸੀਂ देखते पए ਜਿਹੜੇ ਕੰਨਾਂ ਦੇ ਵਿੱਚ ਕੁੱਟਕਤਾਰੀਆਂ ਕਰਦੇ ਆ ਉਹਨਾਂ ਦੀਆਂ ਚਰਚਾ ਭਰੀਆਂ ਪਈਆਂ। और वो it's just like a hot tub Christianity। बस ਹੁਣ ਇੱਕੋ ਚੀਜ਼ ਰਹਿ ਗਈ ਆ ਕਿ ਚਰਚਾਂ ਦੇ ਵਿੱਚ hot tub ਲੱਗਣੇ ਰਹਿ ਗਏ। I think that's the next move। ਕਾਫੀ ਸ਼ਾਪਾਂ ਤੱਕ ਬਣ ਗਈਆਂ। ਇੱਕ ਸਮਾਂ ਹੁੰਦਾ ਸੀ ਕਿ ਲੋਕਾਂ ਦੀਆਂ ਬਾਈਬਲਾਂ ਐਡੀਆਂ ਐਡੀਆਂ ਮੋਟੀਆਂ ਹੋ ਜਾਂਦੀਆਂ ਸੀਗੀਆਂ, ਪੜ੍ਹ ਕੇ ਪੇਪਰ ਜਿਹੜਾ ਸੀ ਉਹ ਘਸ ਜਾਂਦਾ ਸੀ, ਔਰ ਜਿਉਂ ਪੇਪਰ ਘਸਦਾ ਜਾਂਦਾ ਸੀ ਬਾਈਬਲਾਂ ਮੋਟੀਆਂ ਹੁੰਦੀਆਂ ਜਾਂਦੀਆਂ ਸੀ। ਨਵੀਆਂ ਨਕੋਰ ਪਈਆਂ ਬਾਈਬਲ। ਜਿਸ ਵੇਲੇ ਜਾਂਦੇ ਆ ਮੋਹਰੇ ਉਹ ਲਿਖਿਆ ਲਿਖਾਇਆ ਸਭ ਕੁਛ ਆਈ ਜਾਂਦਾ, ਮੋਹਰੀਆਂ ਦੇਖ ਕੇ ਗਾਈ ਜਾਂਦੇ, ਮੋਹਰੀਆਂ ਦੇਖ ਕੇ ਪੜ੍ਹੀ ਜਾਂਦੇ। 2 ਘੰਟੇ ਮੁਸੀਬਤ ਛਾਈ ਹੁੰਦੀ, ਬਾਹਰ ਆ ਕੇ ਫਿਰ ਉਦਾਂ ਦੇ ਹੁੰਦੇ। बहुत गरीबी है, मन टुटदा, मन में बहुत दुख लगता। सो जिस तरह इत्थे असीं देखते पए हैं, ये चीज 3 वारी होनी है पुराने में, और पहली बारी हुण असीं देखते पए हैं। जोसफ जिसनूं उन्हां ने बेच दिता, वो मसीहा बनिया सिर्फ अपने भरावां दे लई नहीं, अपने परिवार दे लई नहीं, 12 कबीलियां दे लई नहीं। ये 12 कबीले उधरली साइड नूं नहीं, हाले इधरली साइड। याद रखो, प्रभु ने 12 कबीले इस तो पहला कि वो 12 कबीले एक बड़ी कौम दे विच बदलण, उस तो पहला भी उन्होंने बचाया। और बचाउण दे लई प्रभु ने इजिप्ट दा देश चुनिया, और उन्होंने कढ के इधरले पासे इजिप्ट दे पासे वो लैके गया। अगर तुसी मेरे नाल इस शब्दां दे विच आओ तो यूसुफ बहुत जोर दी बोलिया। वो बोली जांदे आ साडे बाप ने आ कीता ओ कीता, एक चीज नहीं वो बोलदे पए कि असीं अपना भरा बेच दिता। ये नहीं कहंदे पए। इस करके यस वो इन्नी जोर दे नाल उन्हां दे नाल बोलिया कि इत्थे तक जिहड़े बाहर दे लोग भी सी उन्हां नूं भी पता लगा। उन्होंने भी जाके राजे नूं दस्सिया कि पता नहीं उत्थे की हो गया। यूसुफ दे कोल बहुत बड़ी ओहदी सिक्योरिटी सी, एक ओहदा सी। उसनूं जिहड़े लोग सीगे उन्होंने एक नाम दिता सी, इम्नोटेफ, जिहड़ा असीं गां जाके देखांगे ओहदा मतलब की सारा कुछ देखांगे। बाहर दे कौम दे इक्को ही बंदा आ जिसकी मूर्ति बनी हुई।
और वो सारिया चीज़ां असीं देखांगे। ਉਹ ਜੋ ਇੰਨੇ ਜ਼ੋਰ ਦੀ ਉਹ ਬੋਲਿਆ ਕਿ ਬਾਹਰ ਦੇ ਲੋਕਾਂ ਨੇ ਵੀ ਸੁਣਿਆ। और ਉਹਨੇ ਜਿਸਲੇ ਬੋਲਿਆ ਮੈਂ ਯੂਸਫ ਹਾਂ, ਮੇਰਾ ਪਿਤਾ ਜਿਉਂਦਾ ਕਿ ਨਹੀਂ ਜਿਉਂਦਾ। ਤੁਸੀਂ ਦੱਸ ਤਾਂ ਮੇਰੇ ਮੋਹਰੇ ਆ, 11ਵਾਂ ਮੇਰਾ ਭਰਾ ਮੇਰੇ ਕੋਲ ਆ ਗਿਆ, ਮੇਰਾ ਪਿਓ ਜਿਉਂਦਾ ਕਿ ਨਹੀਂ ਜਿਉਂਦਾ, ਮੈਨੂੰ ਇਹ ਦੱਸੋ। And they said, हाँ तेरा बाप। उन्होंने फिर वो दंदड़ा पै गई, फिर किसी को बोल नहीं ਹੁੰਦਾ ਪਿਆ। और फिर यूसुफ ने एक चीज की, ਹੁਣ ਇੱਥੇ ਬੜਾ ਧਿਆਨ ਦੇ ਨਾਲ ਦੇਖਿਓ। ਇੱਥੇ ਇਸ ਤੋਂ ਅੱਗੇ ਜਾਈਏ, ਇੱਥੇ ਲਿਖ ਲਓ ਯਸਾਇਆ ਆਇਜ਼ਾ chapter 61। आइज़ाया chapter 61 ਇੱਥੇ ਲਿਖੋ। पर यूसुफ ने उन्होंने क्या कृपा करके मेरे नेड़े आओ। ਅਤੇ ਉਹ ਉਸਦੇ ਨੇੜੇ ਆ ਗਏ। ਉਹ ਬੋਲਿਆ ਮੈਂ ਤੁਹਾਡਾ ਭਰਾ ਯੂਸੁਫ ਹਾਂ, ਜਿਸ ਨੂੰ ਤੁਸੀਂ ਮਿਸਰ ਦੇ ਵਿੱਚ ਵੇਚ ਦਿੱਤਾ ਸੀ। ਸੱਚਾਈ ਇਹ ਆ, ਤੁਹਾਡਾ ਭਰਾ ਮਰ ਨਹੀਂ ਗਿਆ, ਤੁਸੀਂ ਉਹਨੂੰ ਵੇਚਿਆ ਸੀ। ਸੋ ਇਸ ਸੱਚਾਈ ਨੂੰ ਦੇਖਦਿਆਂ ਹੋਇਆਂ ਵੀ ਹੁਣ ਇੱਕ ਮਾਫੀ ਦੇਖਦੇ ਪਏ। ਕਿਹੜੀ ਮਾਫੀ? ਇਹ ਬਾਪ ਇਹਨਾਂ ਨੂੰ ਮਾਫ ਕਰੇ ਨਹੀਂ ਜਾਣਦੇ ਕੀ ਕਰਦੇ। ਉਸਨੇ ਉਸਨੇ ਕਿਹਾ ਪਰ ਹੁਣ ਤੁਸੀਂ ਇਸ ਦੇ ਲਈ ਨਾ ਪਛਤਾਵੋ ਤੇ ਨਾ ਹੀ ਆਪਣੇ ਆਪ ਨੂੰ ਦੋਸ਼ੀ ਠਹਿਰਾਓ। ਕਿਉਂ? ਅਸਲ ਦੇ ਵਿੱਚ ਇਹ ਪਰਮੇਸ਼ਵਰ ਸੀ ਜਿਸ ਨੇ ਮੈਨੂੰ ਮਿਸਰ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਘੱਲਿਆ ਕਿ ਤੁਹਾਡੀਆਂ ਸਭ ਦੀਆਂ ਜਾਨਾਂ ਬਚ ਜਾਣ। ਇਹ ਅਕਾਲ ਦਾ ਦੂਜਾ ਸਾਲ ਹੈ ਅਤੇ 5 ਸਾਲ ਹੋਰ ਅਕਾਲ ਰਹੇਗਾ, ਜਿਸ ਵਿੱਚ ਕੋਈ ਪੈਦਾਵਾਰ ਨਹੀਂ ਹੋਵੇਗੀ। ਪਰਮੇਸ਼ਰ ਨੇ ਮੈਨੂੰ ਘੱਲਿਆ ਹੈ। ਹੁਣ ਸ਼ਬਦ ਸ਼ੁਰੂ ਹੋਏ। ਪਰਮੇਸ਼ਰ ਨੇ ਮੈਨੂੰ ਘੱਲਿਆ ਹੈ ਕਿ ਸਾਡਾ ਵੰਸ਼ ਬਚਿਆ ਰਹਿ ਸਕੇ। ਉਸਨੇ ਮੈਨੂੰ ਘੱਲਿਆ ਹੈ। ਇਹਨਾਂ ਤੇ ਧਿਆਨ ਦਿਓ, ਇਹਨਾਂ ਚੀਜ਼ਾਂ ਨੂੰ ਅੰਡਰਲਾਈਨ ਕਰੋ ਅਗਰ ਤੁਸੀਂ ਬਾਈਬਲ ਨੂੰ ਅੰਡਰਲਾਈਨ ਕਰਦੇ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਤੁਹਾਡੇ ਨਾਲ ਕਈਆਂ ਦੇ ਜੀਵਨਾਂ ਨੂੰ ਬਚਾਵਾਂ। ਸੋ ਕੀ ਯੂਸੁਫ ਸਿਰਫ ਆਪਣੇ ਭਰਾਵਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਪ੍ਰਭੂ ਨੇ ਚੁਣਿਆ? ਨਹੀਂ। ਈਜਿਪਟ ਔਰ ਈਜਿਪਟ ਦੇ ਆਲੇ ਦੁਆਲੇ ਦੂਸਰੇ ਪਾਸਿਓਂ ਅਫਰੀਕਾ ਦੇ ਵਿੱਚ, ਕਿਉਂਕਿ ਅਫਰੀਕਾ ਦੀ ਵੀ ਲਾਈਫ ਲਾਈਨ ਉਹੀ ਦਰਿਆ ਆ, ਨੀਲ ਦਰਿਆ ਆ। ਔਰ ਅਸੀਂ ਦੇਖਾਂਗੇ ਨੀਲ ਦਰਿਆ ਕਿੰਨੀ ਲੰਬੀ ਯਾਤਰਾ ਕਰਦਾ ਔਰ ਆਉਂਦਾ ਕਿੰਨਿਆਂ ਦੇਸ਼ਾਂ ਦੇ ਵਿੱਚ ਉਹ ਬਰਕਤ ਦਿੰਦਾ ਆਉਂਦਾ। ਔਰ ਅਗਰ ਉੱਤੋਂ ਅਸਮਾਨ ਤੋਂ ਉਸਦੀ ਪਿਕਚਰ ਦੇਖੀ ਜਾਵੇ, ਪਿਕਚਰ ਖਿੱਚੀ ਜਾਵੇ, ਤੇ ਜਿੰਨੇ ਵੀ ਦੇਸ਼ ਹੈ ਉਹ ਜਿੰਨਿਆਂ ਦੇਸ਼ਾਂ ਦੇ ਵਿੱਚੋਂ ਇਹ ਸੱਪ ਵਾਂਗੂ ਬਲ ਖਾਂਦਾ ਆਉਂਦਾ ਪਿਆ, ਨੀਲ ਦਰਿਆ ਦੇ ਆਲੇ ਦੁਆਲੇ ਸਾਰੇ ਕੋ ਦੇਸ਼ ਬਸੇ ਹੋ, ਬਾਕੀ ਖਾਲੀ ਆ। ਸੋ ਜਿੰਨੇ ਉਸਦੇ ਨਾਲ ਅਫੈਕਟਡ ਹੋਏ ਆ ਉਹਨਾਂ ਸਾਰਿਆਂ ਲੋਕਾਂ ਦੀ ਜਾਨ, ਯਾਨੀ ਕਿ ਸਰੀਰਕ ਜਾਨ ਜਿਹੜੀ ਆ, ਉਹ ਦੁਨਿਆਵੀ ਜਾਨ ਜਿਹੜੀ ਆ, ਉਹ ਯੂਸੁਫ ਦੇ ਕਾਰਨ ਬਚੀ ਹੋਈ। ਔਰ ਮਸੀਹ ਦੇ ਵਿੱਚ ਸਦੀਪਕ ਜਾਨ, ਸਦਾ ਦੀ ਜਾਨ। ਜਿੱਦਾਂ ਯੂਸੁਫ ਕੱਲਾ ਸਿਰਫ ਆਪਣੇ 12 ਭਰਾਵਾਂ ਦੇ ਕਬੀਲਿਆਂ ਦੇ ਲਈ, ਆਪਣੇ ਘਰ ਦੇ ਲਈ ਸਿਰਫ ਨਹੀਂ ਆਇਆ ਸੀ, ਇਸ ਤਰ੍ਹਾਂ ਯਿਸੂ ਦੀ ਸਾਰੀ ਦੁਨੀਆ ਦੇ ਲਈ ਆਇਆ। ਯੂਸੁਫ ਦੀ ਤਰ੍ਹਾਂ ਜਿੱਦਾਂ ਯੂਸੁਫ ਨੇ ਦੁਨਿਆਵੀ ਜਾਨ ਬਚਾਈ, ਉਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਸਾਡੀ ਸਦੀਪਕ ਜਾਨ ਸਾਡ ਬਚਾਉਣ ਦੇ ਲਈ ਆਇਆ। ਸੋ ਉਸਨੇ ਦੱਸਿਆ ਕਿ 5 ਸਾਲ ਹੋਰ ਰਾਹ ਦੇ। ਔਰ ਇੱਥੋਂ ਸਾਨੂੰ ਪਤਾ ਲੱਗਦਾ ਕਿ ਜਿਸ ਵੇਲੇ ਉਹ ਪਾਰਾ ਸਮਾਂ ਦੀ ਸ਼ੁਰੂਆਤ ਹੋਣੀ ਹੈ, ਜਿਸ ਦਿਨ ਨਗਾੜਾ ਫੂਕਿਆ ਜਾਣਾ ਤੇ ਪ੍ਰਭੂ ਦੇ ਲੋਕ ਘਰ ਚਲੇ ਜਾਣੇ, ਜਿੱਦਾਂ ਇਹ ਆ ਗਏ। ਇਹ ਅਬਰਾਹਮ ਦੇ ਕਾਰਨ ਚੁਣੇ ਹੋਏ ਲੋਕ ਆ ਗਏ, ਇਸੇ ਤਰ੍ਹਾਂ ਪ੍ਰਭੂ ਦੇ ਲੋਕ ਘਰ ਚਲੇ ਜਾਣੇ। ਲੇਕਿਨ
दो हिस्से ਜਿਹੜੇ 5 ਹਿੱਸੇ ਆ ਉਹ ਹਾਲੇ ਬਾਕੀ ਪਿੱਛੇ ਰਹਿ ਜਾਣੇ ਜੋ ਪਿਛਲਿਆਂ ਨੂੰ ਭੁਗਤਣੇ ਪੈਣੇ। ਐਨੀ ਹਾਓ ਇਹ ਚੀਜ਼ਾਂ ਅਸੀਂ ਜਿਸ ਰੈਵਲੇਸ਼ਨ ਚ ਜਾਵਾਂਗੇ ਉੱਥੇ ਜਾ ਕੇ ਦੇਖਾਂ। ਸੋ ਉਸਨੇ ਦੇਖੋ ਕੀ ਕਿਹਾ, ਕਹਿੰਦਾ ਇਹ ਅਕਾਲ ਦਾ ਦੂਜਾ ਸਾਲ ਹੈ, 5 ਸਾਲ ਹੋਰ ਰਹੇਗਾ। ਪਰਮੇਸ਼ਰ ਨੇ ਮੈਨੂੰ ਘੱਲਿਆ ਹੈ ਕਿ ਸਾਡਾ ਵੰਸ਼ ਬਚਿਆ ਰਹਿ ਸਕੇ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਤੁਹਾਡੇ ਨਾਲ ਕਈਆਂ ਜੀਵਨਾਂ ਨੂੰ ਬਚਾਵਾਂ। ਇਸ ਲਈ ਮੈਨੂੰ ਇੱਥੇ ਘੱਲਣ ਵਾਲੇ ਤੁਸੀਂ ਨਹੀਂ ਸੋ, ਸਗੋਂ ਪਰਮੇਸ਼ਵਰ ਸੀ। ਉਸੇ ਨੇ ਮੈਨੂੰ ਮਿਸਰ ਦੇ ਰਾਜਾ ਦਾ ਸਭ ਤੋਂ ਵੱਡਾ ਅਧਿਕਾਰੀ ਬਣਾਇਆ ਹੈ। ਅਸਲ ਦੇ ਵਿੱਚ ਮੈਂ ਸਾਰੇ ਮਿਸਰ ਦਾ ਹਾਕਮ ਹਾਂ। ਹੁਣ ਤੁਸੀਂ ਛੇਤੀ ਕਰੋ ਅਤੇ ਮੇਰੇ ਪਿਤਾ ਦੇ ਕੋਲ ਜਾਓ ਅਤੇ ਦੱਸੋ ਕਿ ਤੁਹਾਡਾ ਪੁੱਤਰ ਇਹ ਕਹਿੰਦਾ ਹੈ, ਪਰਮੇਸ਼ਰ ਨੇ ਮੈਨੂੰ ਸਾਰੇ ਮਿਸਰ ਦਾ ਹਾਕਮ ਬਣਾਇਆ ਹੈ ਅਤੇ ਹੁਣ ਤੁਸੀਂ ਮੇਰੇ ਕੋਲ ਤੁਰੰਤ ਆ ਜਾਓ। ਉਸਨੇ ਮੈਨੂੰ ਘੱਲਿਆ ਹੈ। ਕੋਈ ਜਣਾ ਆਇਜ਼ਾਇਆ ਦਾ ਚੈਪਟਰ 61 ਯਸਾਇਆ ਨਬੀ ਦੇ ਵਿੱਚ ਆ ਜਾਓ। ਚੈਪਟਰ 61 ਔਰ ਅਸੀਂ ਇਸ ਦੀਆਂ ਸਿਰਫ 11 ਆਇਤਾਂ ਆਪਾਂ ਸਾਰੀਆਂ ਪੜ੍ਹਦੇ ਹਾਂ ਜਿਸ ਨੂੰ मैं पढ़ देनी पास्टर जी। पेज 1119 है। छुटकारे दा शुभ समाचार। प्रभु परमेश्वर दा आत्मा मेरे उत्ते है। उसने मेरा अभिषेक कीता है कि मैं गरीबां नूं शुभ समाचार सुणावां। उसने मैनूं घल्लिया है कि मैं जख्मी दिलां वालियां नूं चंगा करां, बंदियां नूं मुक्ति देवां अते पीड़ितां नूं सुतंत्र करां। उसने मैनूं घल्लिया है कि मैं उस समय दी मनादी करां ਜਦੋਂ ਪ੍ਰਭੂ ਆਪਣੇ ਲੋਕਾਂ ਨੂੰ ਛੁਟਕਾਰਾ ਦੇਵੇਗਾ ਅਤੇ ਉਹਨਾਂ ਦੇ ਵੈਰੀਆਂ ਨੂੰ ਹਰਾਵੇਗਾ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਉਹਨਾਂ ਸਭ ਲੋਕਾਂ ਨੂੰ ਤਸੱਲੀ ਦੇਵਾਂ ਜੋ ਸੋਗ ਕਰਦੇ ਹਨ। ਉਸਨੇ ਮੈਨੂੰ ਘੱਲਿਆ ਹੈ ਕਿ ਸਿਓਨ ਵਿੱਚ ਸੋਗ ਕਰਨ ਵਾਲਿਆਂ ਨੂੰ ਦੁੱਖ ਦੀ ਥਾਂ ਖੁਸ਼ੀ ਦੇਵਾਂ ਅਤੇ ਵੈਣ ਦੀ ਥਾਂ ਮਹਿਮਾ ਦਾ ਗੀਤ ਦੇਵਾਂ। ਉਹ ਉਹਨਾਂ ਰੁੱਖਾਂ ਵਾਂਗ ਹੋਣਗੇ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਬੀਜਿਆ ਹੋਵੇ। ਉਹ ਭਲੇ ਕੰਮ ਕਰਨਗੇ ਜਿਨ੍ਹਾਂ ਦੁਆਰਾ ਪ੍ਰਭੂ ਦੀ ਮਹਿਮਾ ਹੋਵੇਗੀ। ਪ੍ਰਾਚੀਨ ਸਮੇਂ ਤੋਂ ਵੀਰਾਨ ਅਤੇ ਉਜੜੇ ਹੋਏ ਨਗਰਾਂ ਨੂੰ ਦੁਬਾਰਾ ਉਸਾਰਨਗੇ। ਬਹੁਤ ਸਾਰੇ ਵਿਦੇਸ਼ੀ ਲੋਕ ਤੁਹਾਡੀ ਸੇਵਾ ਕਰਨਗੇ। ਉਹ ਤੁਹਾਡੇ ਇੱਜੜਾਂ ਦੀ ਦੇਖਭਾਲ ਕਰਨਗੇ ਅਤੇ ਤੁਹਾਡੇ ਖੇਤ ਵਾਹੁਣਗੇ ਅਤੇ ਤੁਹਾਡੇ ਅੰਗੂਰੀ ਬਗੀਚਿਆਂ ਦੀ ਗੋਡੀ ਕਰਨਗੇ। ਤੁਸੀਂ ਪ੍ਰਭੂ ਦੇ ਪ੍ਰੋਹਤ ਕਰਕੇ ਜਾਣੇ ਜਾਵੋਗੇ ਅਤੇ ਲੋਕ ਤੁਹਾਨੂੰ ਪ੍ਰਭੂ ਦੇ ਦਾਸ ਕਰਕੇ ਸੱਦਣਗੇ। ਤੁਸੀਂ ਕੌਮਾਂ ਦੀ ਸੰਮਤੀ ਉੱਤੇ ਅਧਿਕਾਰ ਕਰੋਗੇ ਅਤੇ ਮਾਣ ਕਰੋਗੇ ਕਿ ਤੁਹਾਡੀ ਹੈ। ਤੁਹਾਡੀ ਨਿੰਦਾ ਅਤੇ ਸ਼ਰਮਿੰਦਗੀ ਖਤਮ ਹੋ ਗਈ ਹੈ। ਤੁਸੀਂ ਆਪਣੀ ਧਰਤੀ ਉੱਤੇ ਰਹੋਗੇ ਅਤੇ ਤੁਹਾਡਾ ਮਾਲ ਧਨ ਦੂਣਾ ਹੋ ਜਾਵੇਗਾ। ਤੁਹਾਡੀ ਖੁਸ਼ੀ ਦਾ ਕੋਈ ਅੰਤ ਨਹੀਂ ਹੋਵੇਗਾ। ਪ੍ਰਭੂ ਕਹਿੰਦਾ ਹੈ, ਮੈਂ ਨਿਆਂ ਨੂੰ ਪਿਆਰ ਕਰਦਾ ਹਾਂ, ਅਤਿਆਚਾਰ ਅਤੇ ਅਪਰਾਧ ਨੂੰ ਘਿਰਨਾ ਕਰਦਾ ਹਾਂ। ਮੈਂ ਆਪਣੇ ਲੋਕਾਂ ਨੂੰ ਚੰਗਾ ਬਦਲਾ ਦੇਵਾਂਗਾ ਤੇ ਉਹਨਾਂ ਨਾਲ ਇੱਕ ਹਮੇਸ਼ਾ ਰਹਿਣ ਵਾਲਾ ਨੇਮ ਬੰਨਾਂਗਾ। ਉਹ ਕੌਮਾਂ ਵਿੱਚ ਪ੍ਰਸਿੱਧ ਹੋਣਗੇ ਅਤੇ ਹਰ ਕੋਈ ਉਹਨਾਂ ਨੂੰ ਜਾਣੇਗਾ ਕਿ ਉਹ ਲੋਕ ਹਨ ਜਿਨ੍ਹਾਂ ਨੂੰ ਮੈਂ ਅਸੀਸ ਦਿੱਤੀ ਹੈ। ਯਰੂਸ਼ਲਮ ਪ੍ਰਭੂ ਦੇ ਕੀਤੇ ਕੰਮ ਨੂੰ ਦੇਖ ਕੇ ਖੁਸ਼ ਹੈ। ਉਹ ਵਿਆਹ ਦੇ ਲਈ ਤਿਆਰ ਹੋਈ ਦੁਲਹਨ ਦੇ ਵਾਂਗ ਹੈ। ਪਰਮੇਸ਼ਵਰ ਨੇ ਉਸਨੂੰ ਮੁਕਤੀ ਅਤੇ ਜਿੱਤ ਦੇ ਕੱਪੜੇ ਪਵਾਏ ਹਨ। ਜਿਸ ਤਰ੍ਹਾਂ ਬੀਜ ਉਗਦਾ ਅਤੇ ਵੱਧਦਾ ਹੈ, ਉਸੇ ਤਰ੍ਹਾਂ ਪ੍ਰਭੂ ਪਰਮੇਸ਼ਵਰ ਆਪਣੇ ਲੋਕਾਂ ਦਾ ਜ਼ਰੂਰ ਬਚਾਅ ਕਰੇਗਾ। ਸਭ ਕੌਮਾਂ ਉਸਦੀ ਮਹਿਮਾ ਕਰਨਗੀਆਂ। ਕੌਮਾਂ ਉਸਦੀ ਮਹਿਮਾ ਕਰਨਗੀਆਂ। ਸੋ ਇਹ ਅਸੀਂ ਉਸਨੇ ਮੈਨੂੰ ਘੱਲਿਆ ਹੈ, ਉਸਨੇ ਮੈਨੂੰ ਘੱਲਿਆ ਹੈ, ਉਸਨੇ ਮੈਨੂੰ ਘੱਲਿਆ ਹੈ ਇੱਥੇ ਪੜ੍ਹਿਆ। ਫਿਰ ਅਸੀਂ ਇਸ ਨੂੰ ਆਇਜ਼ਾਇਆ ਦੇ ਵਿੱਚ ਜਾ ਕੇ ਪੜ੍ਹਦੇ ਪਏ ਜਿਸ ਲਈ ਕੋਈ ਉਮੀਦ ਦਿਸਦੀ ਨਹੀਂ ਪਈ। ਫਿਰ ਅਸੀਂ ਜਿਸ ਵੇਲੇ ਆਉਣੇ ਹੈਗੇ ਆ ਲੂਕਾ ਦੇ 4ਥੇ ਬਾਬ ਦੇ ਵਿੱਚ ਤਾਂ ਅਸੀਂ ਇਸ ਨੂੰ ਦੁਬਾਰਾ ਪੜ੍ਹਦੇ ਹਾਂ ਔਰ ਜਿੱਥੇ ਜਾ ਕੇ ਇਹ ਅਸਲ ਦੇ ਵਿੱਚ ਪੂਰਾ ਹੋਇਆ। ਔਰ ਇੱਥੋਂ ਸਾਨੂੰ ਪਤਾ ਲੱਗਦਾ ਕਿ ਪ੍ਰਭੂ ਦੇ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ there was a lot of types ਜਿਹਨਾਂ ਨੂੰ ਅਸੀਂ ਟਾਈਪੋਲੋਜੀ ਕਹਿੰਦੇ ਹਾਂ। ਮੇਰੇ ਨਾਲ ਆ ਜਾਓ 4ਥਾ ਭਾਵ ਉਸ ਦੀ 16 ਆਇਤ ਤੋਂ ਲੈ ਕੇ ਅਸੀਂ ਇਸ ਦੀ 22 ਆਇਤ ਤੱਕ ਦੇਖਾਂਗੇ।
मैं पढ़ रही पास्टर जी। अगर ਤੁਸੀਂ ਪ੍ਰਭੂ ਦਾ ਬਚਨ ਸੁਣਾਉਣੇ ਆ ਜਾਂ ਪ੍ਰਭੂ ਦਾ ਬਚਨ ਸਿਖਾਉਣੇ ਆ, ਸੋ ਇਹ ਤੁਹਾਡੇ ਲਈ 3 ਆਊਟਲਾਈਨਸ ਜਿਹੜੀ ਕਿ ਅਸੀਂ ਉਤਪਤ ਦੇ ਵਿੱਚ ਦੇਖਦੇ ਹਾਂ, ਫਿਰ ਅਸੀਂ ਯਸਾਇਆ ਨਬੀ ਦੇ ਵਿੱਚ ਦੇਖਦੇ ਹਾਂ, ਫਿਰ ਅਸੀਂ ਇਸ ਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਪੂਰਾ। ਸੋ आओ ਅਸੀਂ ਜਿਸ ਨੂੰ ਮਿਲ ਜਾਏ ਪੜ੍ਹਦੇ ਹਾਂ। ਸਿਸਟਰ ਜੀ ਪੜ੍ਹ ਦਿਓ ਤੁਸੀਂ। ਓਕੇ ਜੀ, ਥੈਂਕ ਯੂ। ਪੇਜ ਹੈਗਾ 106, ਪ੍ਰਭੂ ਯਿਸੂ ਦਾ ਨਾਸਰਤ ਵਿੱਚ ਰੱਦੇ ਜਾਣਾ। ਯਿਸੂ ਨਾਸਰਤ ਵਿੱਚ ਆਏ ਜਿੱਥੇ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਸੀ। ਸਬਤ ਦੇ ਦਿਨ ਅਰਥਾਤ ਆਰਾਮ ਕਰਨ ਦੇ ਦਿਨ ਉਹ ਆਪਣੀ ਰੀਤ ਦੇ ਅਨੁਸਾਰ ਪ੍ਰਾਰਥਨਾ ਘਰ ਵਿੱਚ ਗਏ ਅਤੇ ਧਾਰਮਿਕ ਗ੍ਰੰਥ ਪੜ੍ਹਨ ਦੇ ਲਈ ਖੜੇ ਹੋਏ। ਯਿਸੂ ਨੂੰ ਜਸਾਇਆ ਨਬੀ ਦੀ ਪੁਸਤਕ ਦਿੱਤੀ ਗਈ। ਉਹਨਾਂ ਨੇ ਪੁਸਤਕ ਖੋਲ ਕੇ ਉਹ ਪ੍ਰਸੰਗ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਉਸਨੇ ਮੇਰਾ ਅਭਿਸ਼ੇਕ ਕੀਤਾ ਹੈ ਕਿ ਮੈਂ ਗਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਵਾਂ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਬੰਦੀਆਂ ਨੂੰ ਮੁਕਤੀ ਦਾ ਅਤੇ ਨੇਤਰਹੀਨਾਂ ਨੂੰ ਦ੍ਰਿਸ਼ਟੀ ਦਾ ਸੰਦੇਸ਼ ਸੁਣਾਵਾਂ ਅਤੇ ਪੀੜਤਾਂ ਨੂੰ ਸੁਤੰਤਰ ਕਰਾਂ ਅਤੇ ਉਸ ਸਮੇਂ ਦਾ ਮਨਾਦੀ ਕਰਾਂ ਜਦੋਂ ਤੱਕ ਪ੍ਰਭੂ ਆਪਣੇ ਲੋਕਾਂ ਨੂੰ ਛੁਟਕਾਰਾ ਦੇਵੇਗਾ। ਫਿਰ ਯਿਸੂ ਨੇ ਪੁਸਤਕ ਬੰਦ ਕਰਕੇ ਸੇਵਕ ਨੂੰ ਮੋੜ ਦਿੱਤੀ ਅਤੇ ਆਪਣੀ ਥਾਂ ਤੇ ਬੈਠ ਗਏ। ਪ੍ਰਾਰਥਨਾ ਘਰ ਵਿੱਚ ਬੈਠੇ ਸਾਰੇ ਲੋਕੀ ਬੜੇ ਧਿਆਨ ਨਾਲ ਉਹਨਾਂ ਨੂੰ ਵੇਖ ਰਹੇ ਸਨ। ਯਿਸੂ ਨੇ ਉਹਨਾਂ ਲੋਕਾਂ ਨੂੰ ਕਿਹਾ, ਅੱਜ ਧਰਮ ਗ੍ਰੰਥ ਦੀ ਇਹ ਗੱਲ ਤੁਹਾਡੇ ਸਾਹਮਣੇ ਪੂਰੀ ਹੋਈ ਹੈ। ਸਾਰੇ ਲੋਕਾਂ ਨੇ ਯਿਸੂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਮੂੰਹ ਵਿੱਚੋਂ ਮਿੱਠੇ ਬੋਲ ਸੁਣ ਕੇ ਹੈਰਾਨ ਹੋਣ ਲੱਗੇ। ਲੋਕਾਂ ਨੇ ਕਿਹਾ ਕਿ ਇਹ ਯੂਸਫ ਦਾ ਪੁੱਤਰ ਨਹੀਂ ਹੈ। ਯਿਸੂ ਦਾ ਪੁੱਤਰ ਨਹੀਂ ਹੈ। ਸੋ ਗੱਲ ਕੀ, ਉਹਨਾਂ ਨੇ ਉਹ ਹੀ ਆਪਣਾ ਜਿਹੜਾ ਕੰਮ ਉਹ ਛੱਡਿਆ ਨਹੀਂ। ਕਿਸੇ ਨੇ ਇਹ ਨਹੀਂ ਕਿਹਾ ਕਿ ਇਹ ਸੰਪੂਰਨਤਾ ਹੈ। ਜਿਸ ਲਈ ਅਸੀਂ ਹੁਣ ਦੇਖੋ 3 ਵਾਰੀ ਇਸ ਚੀਜ਼ ਨੂੰ ਦੇਖਦੇ ਪਏ ਹਾਂ, ਕਿਉਂਕਿ ਇਹ 3 ਹਿੱਸਿਆਂ ਦੇ ਵਿੱਚ ਵੰਡ ਹੁੰਦੀ ਪਈ ਹੈ। ਜਿਹੜੀ ਅਬਰਾਹਮ ਦਾ ਜਿਹੜਾ ਪ੍ਰੋਮਿਸ ਹੈ ਉਸਨੂੰ 3 ਹਿੱਸਿਆਂ ਦੇ ਵਿੱਚ ਅਸੀਂ ਦੇਖਦੇ ਪਏ ਹਾਂ। ਇੱਕ ਸਮੁੰਦਰ ਦੇ ਖੋਲਣ ਤੋਂ ਇਧਰਲੇ ਪਾਸੇ ਪੂਰਾ ਹੁੰਦਾ ਪਿਆ, ਇੱਕ ਸਮੁੰਦਰ ਦੇ ਖੋਲਣ ਤੋਂ ਬਾਅਦ ਦੂਜੇ ਪਾਸੇ ਪੂਰਾ ਹੁੰਦਾ ਪਿਆ, ਔਰ ਇੱਕ ਧਰਤੀ ਔਰ ਸਵਰਗ ਨੂੰ ਖੋਲਣ ਤੇ ਉਹ ਦਰਵਾਜ਼ਾ ਖੋਲਣ ਚ ਪੂਰਾ ਹੁੰਦਾ। ਸੋ ਇਸ ਚੀਜ਼ ਨੂੰ ਅਸੀਂ ਇਹ ਦੇਖਦੇ ਪਏ। ਸੋ ਹੁਣ ਉਸਦੇ ਜਿਹੜੇ ਭੈਣ ਭਰਾ ਆ ਉਹ ਉੱਥੇ, ਉਹ ਕਹਿੰਦਾ ਲੈ ਕੇ ਆਓ ਮੇਰੇ ਬਾਪ ਨੂੰ, ਇੱਥੇ ਲੈ ਕੇ ਆਓ ਤਾਂ ਕਿ ਉਹ ਜਾਣੇ, ਉਸਨੂੰ ਦੱਸੋ ਕਿ ਮੇਰੇ ਬਾਪ ਨੂੰ ਜਾ ਕੇ ਦੱਸੋ ਕਿ ਕਿਸ ਤਰ੍ਹਾਂ ਪ੍ਰਭੂ ਨੇ ਮੈਨੂੰ ਉੱਚੀ ਜਗ੍ਹਾ ਦਿੱਤੀ। ਔਰ ਇਹੋ ਹੀ ਅਸੀਂ ਯਿਸੂ ਮਸੀਹ ਦੇ ਵਿੱਚ ਦੇਖਦੇ ਪਏ। ਇਸ ਲਈ ਪ੍ਰਭੂ ਯਿਸੂ ਮਸੀਹ ਨੂੰ ਉੱਚਾ ਉਠਾਇਆ ਗਿਆ, ਘਰ ਲਿਜਾਇਆ ਗਿਆ ਤੇ ਸਿੰਘਾਸਨ ਤੇ ਬਿਠਾਇਆ ਗਿਆ। ਔਰ ਜਦ ਪ੍ਰਭੂ ਦੇ ਲੋਕ ਉੱਥੇ ਜਾਣਗੇ, ਜਿਸ ਤਰ੍ਹਾਂ ਇਹ ਆਪਣੇ ਭੈਣਾਂ ਭਰਾਵਾਂ ਦਾ ਇੱਥੇ ਸਵਾਗਤ ਕਰਦਾ ਪਿਆ, ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਸਾਡਾ ਉੱਥੇ ਸਵਾਗਤ ਕਰੇਗਾ। That is the main thing. ਪ੍ਰਭੂ ਦੇ ਵਚਨ ਦੇ ਨੂੰ ਇੱਕ ਕਥਾ ਰੂਪ ਦੇ ਵਿੱਚ ਦਿਖਾਉਣ ਦਾ ਜਿਹੜਾ ਕਾਰਨ ਆ ਉਹ ਇਹ ਹੈ, ਤਾਂ ਕਿ ਅਸੀਂ ਦੇਖ ਕੇ ਇਹ ਕਹਿ ਸਕੀਏ ਕਿ ਪ੍ਰਭੂ ਨੇ ਸਮੁੰਦਰ ਪਾੜਨ ਤੋਂ ਪਹਿਲਾਂ ਵੀ ਇਸ ਨੂੰ ਪੂਰਾ ਕਰਕੇ ਦਿਖਾਇਆ, ਔਰ ਫਿਰ ਸਮੁੰਦਰ ਨੂੰ ਪਾੜ ਕੇ ਉਸਨੇ ਦੂਜੇ ਪਾਸੇ ਲਿਆ ਕੇ ਉਸਨੂੰ ਪੂਰਾ ਕਰਕੇ ਦਿਖਾਇਆ। ਤੇ ਜੇ ਜੋ 2 ਵਾਰੀ ਸੱਚਾ ਤੇ ਉਹ ਤੀਜੀ ਵਾਰੀ ਵੀ ਸੱਚਾ, ਕਿਉਂਕਿ ਪ੍ਰਭੂ ਦੇ ਵਚਨ ਚ ਹਰੇਕ ਚੀਜ਼ ਉਹ ਤ੍ਰੇਕ ਦੇ ਵਿੱਚ ਹੀ ਹੁੰਦੀ ਹੈ, ਤ੍ਰੇਕ ਦੇ ਵਿੱਚ ਹੁੰਦੀ ਹੈ। ਜੋ ਪਹਿਲੀ 2 ਵਾਰੀ ਸੱਚਾ ਤੇ ਤੀਜੀ ਵਾਰੀ ਵੀ ਸੱਚਾ। ਠੀਕ, ਸੋ ਆਓ ਅਸੀਂ ਹੁਣ ਇਸ ਤੋਂ ਅੱਗੇ ਵਧੀਏ। ਸੋ ਇੱਥੇ ਤੁਹਾਨੂੰ ਮੈਂ ਕਿਹਾ ਸੀ ਤੁਸੀਂ ਲਿਖ ਲਓ ਇਹ 3 ਹਿੱਸੇ ਜਿਹੜੇ ਅਸੀਂ ਹੁਣੇ ਪੜ੍ਹ ਕੇ ਹਟੇ ਹਾਂ। ਸੋ ਸਭ ਤੋਂ ਪਹਿਲਾਂ ਹੈਗਾ ਆ ਆਇਜ਼ਿਆ ਦਾ ਚੈਪਟਰ 61, ਔਰ ਫਿਰ ਜਿਹੜਾ ਹੈਗਾ ਲੂਕਾ ਦਾ 4 ਭਾਵ 16 ਤੋਂ 22 ਐਂਡ ਵਾਈਸ ਵਰਸਾ। ਉਧਰਲੇ ਪਾਸੇ ਵੀ ਤੁਸੀਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹੋ, ਜਿਸ ਦੇ ਨਾਲ ਬਹੁਤ ਮਦਦ ਹੋ ਜਾਂਦੀ ਹੈ ਜਿਸ ਲਈ ਅਸੀਂ ਪ੍ਰਭੂ ਦਾ ਵਚਨ ਪੜ੍ਹਦੇ ਹਾਂ। ਸੋ ਆਓ ਹੁਣ ਅਸੀਂ ਇਸ ਨੂੰ 16 ਤੋਂ ਲੈ ਕੇ ਇਸ ਦਾ ਬਾਕੀ ਦਾ ਚੈਪਟਰ ਦੇਖੀਏ। ਅਸੀਂ ਉਤਪਤ ਚ ਆ ਗਏ ਦੁਆਰਾ। ਆਓ ਇਸ ਨੂੰ ਪੂਰਾ ਜਿਸ ਨੂੰ ਮਿਲ ਮੈਂ ਪੜ੍ਹਦੀ ਹਾਂ।
ਯੂਸਫ ਦੇ ਭਰਾਵਾਂ ਦੇ ਆਉਣ ਦੀ ਖਬਰ ਫਿਰੌਨ ਦੇ ਮਹਿਲਾਂ ਵਿੱਚ ਵੀ ਪਹੁੰਚੀ, ਜਿਸ ਤੋਂ ਰਾਜਾ ਆਪਣੇ ਅਧਿਕਾਰੀਆਂ ਸਮੇਤ ਬਹੁਤ ਖੁਸ਼ ਹੋਇਆ। ਉਸਨੇ ਯੂਸਫ ਨੂੰ ਕਿਹਾ, ਆਪਣੇ ਭਰਾਵਾਂ ਨੂੰ ਕਹਿ ਕੇ ਉਹ ਜਾਨਵਰਾਂ ਤੇ ਲੱਦ ਕੇ ਕਨਾਨ ਦੇਸ਼ ਨੂੰ ਜਾਣ। ਉਹਨਾਂ ਨੂੰ ਕਹਿ ਕੇ ਉਹ ਆਪਣੇ ਪਿਤਾ ਤੇ ਟੱਬਰਾਂ ਨੂੰ ਲੈ ਕੇ ਇੱਥੇ ਆ ਜਾਣ। ਮੈਂ ਉਹਨਾਂ ਨੂੰ ਮਿਸਰ ਦੀ ਸਭ ਤੋਂ ਚੰਗੀ ਧਰਤੀ ਦੇਵਾਂਗਾ ਅਤੇ ਉਹਨਾਂ ਕੋਲ ਹਰ ਚੀਜ਼ ਲੋੜ ਤੋਂ ਅਧਿਕ ਹੋਵੇਗੀ। ਉਹ ਇੱਥੋਂ ਹੀ ਗੱਡੇ ਗੱਡੀਆਂ ਲੈ ਜਾਣ, ਜਿਨ੍ਹਾਂ ਵਿੱਚ ਉਹ ਆਪਣੇ ਟੱਬਰਾਂ ਨੂੰ ਅਤੇ ਪਿਤਾ ਨੂੰ ਬਿਠਾ ਕੇ ਵਾਪਸ ਆ ਸਕਣ। ਉਹਨਾਂ ਨੂੰ ਆਪਣੀ ਕੋਈ ਚੀਜ਼ ਵੀ ਪਿੱਛੇ ਛੱਡਣ ਦਾ ਫਿਕਰ ਨਹੀਂ ਕਰਨਾ ਚਾਹੀਦਾ, ਕਿਉਂਕਿ ਮਿਸਰ ਦੀ ਸਭ ਤੋਂ ਚੰਗੀ ਧਰਤੀ ਉਹਨਾਂ ਦੀ ਹੋਵੇਗੀ। ਇਜ਼ਰਾਈਲ ਦੇ ਪੁੱਤਰਾਂ ਨੇ ਸਭ ਕੁਝ ਦੱਸੇ ਅਨੁਸਾਰ ਕੀਤਾ। ਰਾਜਾ ਦੇ ਕਹੇ ਅਨੁਸਾਰ ਯੂਸਫ ਨੇ ਉਹਨਾਂ ਨੂੰ ਗੱਡੇ ਗੱਡੀਆਂ ਦਿੱਤੀਆਂ। ਉਸਨੇ ਉਹਨਾਂ ਨੂੰ ਰਾਹ ਦੇ ਲਈ ਅਨਾਜ ਵੀ ਦਿੱਤਾ। ਉਸਨੇ ਆਪਣੇ ਹਰ ਭਰਾ ਨੂੰ ਕੱਪੜਿਆਂ ਦਾ ਇੱਕ ਇੱਕ ਜੋੜਾ ਦਿੱਤਾ, ਪਰ ਆਪਣੇ ਭਰਾ ਬਿਨਯਾਮੀਨ ਨੂੰ ਚਾਂਦੀ ਦੇ 300 ਰੁਪਏ ਅਤੇ 5 ਜੋੜੇ ਕੱਪੜਿਆਂ ਦੇ ਦਿੱਤੇ। ਉਸਨੇ ਮਿਸਰ ਦੇ ਚੰਗੇ ਤੋਂ ਚੰਗੇ ਸਮਾਨ ਨਾਲ ਲੱਦੇ 10 ਖੋਤੇ ਆਪਣੇ ਪਿਤਾ ਲਈ ਘੱਲੇ। 10 ਹੀ ਖੋਤੇ ਰਾਹ ਦੇ ਲਈ ਭੋਜਨ ਨਾਲ ਲੱਦੇ ਹੋਏ ਘੱਲੇ। ਇਸ ਤਰ੍ਹਾਂ ਉਸਨੇ ਆਪਣੇ ਭਰਾਵਾਂ ਨੂੰ ਵਿਦਾ ਕੀਤਾ ਤੇ ਕਿਹਾ, ਰਾਹ ਵਿੱਚ ਲੜਾਈ ਝਗੜਾ ਨਾ ਕਰਨਾ। ਇਹ ਸਭ ਸੁਣ ਕੇ ਉਹ ਸਭ ਤੁਰੰਤ ਕਨਾਨ ਦੇਸ਼ ਵਿੱਚ ਆਪਣੇ ਪਿਤਾ ਕੋਲ ਵਾਪਸ ਆਏ ਅਤੇ ਆਪਣੇ ਪਿਤਾ ਨੂੰ ਦੱਸਿਆ, ਯੂਸਫ ਜਿੰਦਾ ਹੈ, ਉਹ ਸਾਰੇ ਮਿਸਰ ਦਾ ਹਾਕਮ ਹੈ। ਇਹ ਸੁਣ ਕੇ ਯਾਕੂਬ ਹੱਕਾ ਬੱਕਾ ਰਹਿ ਗਿਆ। ਉਸਦੇ ਮੰਨਣ ਵਿੱਚ ਇਹ ਗੱਲਾਂ ਨਹੀਂ ਆ ਰਹੀਆਂ ਸਨ। ਪਰ ਜਦੋਂ ਉਹਨਾਂ ਸਭ ਗੱਲਾਂ ਜੋ ਯੂਸਫ ਨੇ ਕਹੀਆਂ ਸਨ ਦੱਸੀਆਂ ਅਤੇ ਨਾਲ ਉਹ ਸਭ ਗੱਡੀਆਂ ਦੇਖੀਆਂ ਜੋ ਯੂਸਫ ਨੇ ਉਹਨਾਂ ਨੂੰ ਲੈਣ ਲਈ ਘੱਲੀਆਂ ਸਨ, ਤਾਂ ਉਹ ਜੋਸ਼ ਵਿੱਚ ਆ ਗਿਆ। ਫਿਰ ਉਹ ਬੋਲਿਆ, ਬਸ ਮੇਰੇ ਲਈ ਇਹ ਕਾਫੀ ਹੈ। ਮੇਰਾ ਪੁੱਤਰ ਯੂਸਫ ਜਿੰਦਾ ਹੈ। ਮੈਨੂੰ ਤੁਰੰਤ ਉੱਥੇ ਜਾਣਾ ਚਾਹੀਦਾ ਹੈ ਕਿ ਮੈਂ ਆਪਣੇ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਦੇ ਦਰਸ਼ਨ ਕਰਾਂ। ਪੁੱਤਰ ਦੇ ਦਰਸ਼ਨ ਕਰਾਂ। ਬਜ਼ੁਰਗ ਦੇ ਵਿੱਚ ਇੱਕ ਵਾਰੀ ਫੇਰ ਜ਼ਿੰਦਗੀ ਸਾਹ ਦੇ ਵਿੱਚ ਸਾਹ। ਲੇਕਿਨ ਦੇਖੋ ਯੂਸਫ ਨੇ ਕੀ ਕੀਤਾ, ਕੀ ਕੀਤੀ ਉਹਨਾਂ ਨੂੰ ਕਿਹਾ, ਇਹ ਬੜੇ ਧਿਆਨ ਦੇ ਨਾਲ ਦੇਖਣ ਵਾਲੀ ਚੀਜ਼ ਹੈ। ਉਹਨਾਂ ਸਭ ਨੂੰ ਯੂਸਫ ਨੇ ਕੱਪੜੇ ਦਿੱਤੇ, ਖਾਣ ਲਈ ਦਿੱਤਾ, ਪਰ ਆਪਣੇ ਭਰਾ ਨੂੰ ਉਸਨੇ 300 ਚਾਂਦੀ ਦੇ ਸਿੱਕੇ ਦਿੱਤੇ, 5 ਜੋੜੇ ਕੱਪੜਿਆਂ ਦੇ ਦਿੱਤੇ, ਪਰ ਨਾਲ ਕਹਿੰਦਾ ਰਸਤੇ ਦੇ ਵਿੱਚ ਲੜਨਾ ਝਗੜਨਾ। ਬੇਸਿਕਲੀ ਇੱਕ ਟੈਸਟ ਆ ਕਿ ਮੇਰੇ ਬਾਪ ਨੇ ਤਾਂ ਮੈਨੂੰ ਉਹ ਕੁੜਤਾ ਦਿੱਤਾ ਸੀ, ਤੁਸੀਂ ਉਸ ਦੇ ਉੱਤੇ ਲੜਨ ਝਗੜਨ ਲੱਗ ਪਏ ਸੀ, ਹੁਣ ਦੁਬਾਰਾ ਉਹ ਕੰਮ ਨਾ ਕਰਿਓ। ਸੋ ਇੱਥੇ ਅਸੀਂ ਇਹ ਦੇਖਦੇ ਪਏ ਕਿ ਉਹ ਉਸਨੇ ਆਪਣੇ ਸਾਰੇ ਟੱਬਰ ਨੂੰ ਲੈਣ ਦੇ ਲਈ ਘੱਲਿਆ। ਔਰ ਅਸੀਂ ਇਹੋ ਹੀ ਚੀਜ਼ ਮਸੀਹ ਦੇ ਵਿੱਚ ਦੇਖਦੇ ਪਏ ਹਾਂ, ਜਿਸ ਲਈ ਪ੍ਰਭੂ ਯਿਸੂ ਮਸੀਹ ਨੇ, ਇੱਥੇ ਤੁਸੀਂ ਲਿਖ ਸਕਦੇ ਆ ਯਹੋਨਾ ਦਾ 14ਵਾਂ ਬਾਬ, ਔਰ ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਇਸੇ ਤਰ੍ਹਾਂ ਹੀ ਵਾਅਦਾ ਦਿੱਤਾ ਕਿ ਮੇਰੇ ਬਾਪ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਥਾਵਾਂ। ਕਿਉਂਕਿ ਬੇਸ਼ੱਕ ਦੁਨਿਆਵੀ ਬਾਪ ਇਸ ਵੇਲੇ ਯੂਸਫ ਦਾ ਜਿਹੜਾ ਦੁਨਿਆਵੀ ਬਾਪ ਉਹ ਯਾਕੂਬ, ਪਰ ਜੋ ਕੁਛ ਉਸਨੂੰ ਦਿੱਤਾ ਉਸਦੇ ਸਵਰਗੀ ਬਾਪ ਨੇ ਦਿੱਤਾ। ਉਸਨੇ ਇਹ ਸੁਨੇਹਾ ਜਿਹੜਾ ਘੱਲਿਆ ਉਹਨਾਂ ਨੂੰ ਕਿ ਮੇਰੇ ਬਾਪ ਦੀ ਜੋ ਕੁਛ ਦਿੱਤਾ, ਜੋ ਰਾਜੇ ਨੇ ਕਿਹਾ, ਇਹ ਸਭ ਤੋਂ ਵਧੀਆ ਧਰਤੀ ਇਹਨਾਂ ਨੂੰ ਦਿੱਤੀ ਜਾਏਗੀ। ਕੱਲ ਨੂੰ ਗੋਸ਼ਨ ਦਾ ਇਲਾਕਾ ਦੇਖਾਂਗੇ। ਗੋਸ਼ਨ ਦਾ ਇਲਾਕਾ ਅੱਜ ਵੀ ਕਿੰਨਾ ਸੋਹਣਾ ਹੈ। ਅੱਜ ਅਸੀਂ ਗਲੋਬਲ ਵਾਰਮਿੰਗ ਦੇ ਵਿੱਚ ਰਹਿੰਦੇ ਪਏ ਹਾਂ। ਅੱਜ ਦੇ ਦਿਨ ਦੇ ਵਿੱਚ ਜਿਹੜਾ ਉੱਥੇ ਦਾ ਮਰੁਸਥਲ ਵੱਧਦਾ ਪਿਆ ਆ, ਅਸੀਂ ਇਹ ਜਾਣਦੇ, ਪਰ ਇਹ ਸਭ ਹੋਣ ਤੇ ਵੀ ਗੋਸ਼ਨ ਦਾ ਇਲਾਕਾ ਅੱਜ ਵੀ ਕਿੰਨਾ ਸੋਹਣਾ, ਕਿੱਦਾਂ ਹਰਿਆ ਭਰਿਆ। ਉਸਦੇ ਇਧਰਲੇ ਪਾਸੇ ਵੀ ਮਰੁਸਥਲ ਆ ਤੇ ਦੂਜੇ ਪਾਸੇ ਵੀ ਮਰੁਸਥਲ। ਨੀਲ ਦਰਿਆ ਗਾਂ ਜਾ ਕੇ ਕਈ ਬ੍ਰਾਂਚਾਂ ਵਿੱਚ ਏਦਾਂ ਫਟ ਜਾਂਦਾ, ਸਮੁੰਦਰ 'ਚ ਜਾਣ ਤੋਂ ਪਹਿਲਾਂ ਕਈ ਬ੍ਰਾਂਚਾਂ ਵਿੱਚ ਫਟ ਜਾਂਦਾ। ਔਰ ਉਸਨੇ ਉਹ ਸਾਰੀ ਧਰਤੀ ਨੂੰ ਸਿੰਜਦਾ, ਔਰ ਉਸ ਇਲਾਕੇ ਦੇ ਵਿੱਚ, ਉਸ ਜਗ੍ਹਾ ਦੇ ਵਿੱਚ ਘੱਟੋ ਘੱਟ 100 ਬ੍ਰਿਜ ਆ। ਲੇਕਿਨ ਪਿੱਛੇ ਜਿੰਨੇ ਬ੍ਰਿਜ ਆ ਨੀਲ ਦਰਿਆ ਦੇ ਉੱਤੇ, ਉੱਪਰਲੇ ਪਾਸੇ ਜਿੰਨੇ ਉਹ ਇੱਕ ਹੀ ਬ੍ਰਿਜ ਆ ਪਾਰ ਕਰਨ। ਪਰ ਉਹਨਾਂ ਇਲਾਕਿਆਂ ਦੇ ਵਿੱਚ 100 150 ਬ੍ਰਿਜ ਆ, ਕਿਉਂਕਿ ਉਹ ਕੁਦਰਤੀ ਤੌਰ ਤੇ ਨਹਿਰਾਂ ਦੇ ਵਿੱਚ ਬਦਲ ਜਾ, ਔਰ ਸਾਰੇ ਇਲਾਕੇ ਨੂੰ ਸਿੰਜਦਾ। ਉਹਨੇ ਉਹ ਜਿਹੜਾ ਧਰਤੀ ਤੇ ਸਵਰਗ ਸੀਗਾ ਉੱਥੇ ਉਹਨਾਂ ਨੂੰ ਵਸਾਇਆ ਸੀ। ਔਰ ਇਹੋ ਹੀ ਵਾਅਦਾ ਸਾਡੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦਿੱਤਾ। ਮੇਰੇ ਬਾਪ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਜੇ ਨਾ ਹੁੰਦੀਆਂ ਤੇ ਮੈਂ ਤੁਹਾਨੂੰ ਦੱਸ ਦਿੰਦਾ। ਮੈਂ ਤੁਹਾਨੂੰ ਆਵਾਂਗਾ, ਮੈਂ ਤੁਹਾਨੂੰ ਲੈ ਕੇ ਜਾਵਾਂ।
See that? So ਇਹ ਚੀਜ਼ਾਂ ਦੁਨਿਆਵੀ ਤੌਰ ਤੇ ਛੋਟੇ ਰੂਪ ਦੇ ਵਿੱਚ ਧਰਤੀ ਤੇ ਪੂਰੀਆਂ ਹੋਈਆਂ। ਇਸ ਕਰਕੇ ਅਸੀਂ ਸਾਡਾ ਜਿਹੜਾ ਵਿਸ਼ਵਾਸ ਆ ਕਿ ਜਿਸ ਨੇ ਧਰਤੀ ਤੇ ਪੂਰੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਕੀਤੀਆਂ, ਉਹ ਫਿਰ ਵੀ ਕਰੇਗਾ, ਉਹ ਗਾਂ ਵੀ ਕਰੇਗਾ। ਵਿਸ਼ਵਾਸ ਯੋਗ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਸ ਲਈ ਉਸਦੇ ਬਾਪ ਦੇ ਕੋਲ ਹੁਣ ਪਹੁੰਚਿਆ, ਬਾਪ ਨੂੰ ਜਾ ਕੇ ਦੱਸਦੇ ਪਏ ਕਿ ਯੂਸਫ ਜਿੰਦਾ ਆ, ਜਿੰਦਾ ਆ। ਉਹਦਾ ਜਵਾਬ ਕਿੱਦਾਂ ਦਿੱਤਾ ਹੋਊਗਾ ਵੀ ਜਿਸ ਲਈ ਅਸੀਂ ਤੇਰੇ ਕੋਲੋਂ ਉਹ ਮਰੇ ਉਹਦਾ ਕੱਪੜਾ ਲੈ ਕੇ ਆਏ ਸੀ। ਔਰ ਸੋਚੋ ਕਿ ਉਸ ਦਿਨ, ਜਿਸ ਦਿਨ ਧਰਤੀ ਨੂੰ ਜੋ ਸਭ ਤੋਂ ਸੁੱਤਿਆਂ ਨੂੰ ਜਗਾਇਆ ਜਾਣਾ ਔਰ ਯਿਸੂ ਮਸੀਹ ਨੂੰ ਉਹਨਾਂ ਨੇ ਸਿੰਘਾਸਨ ਦੇ ਉੱਤੇ ਬੈਠਾ ਦੇਖਣਾ, ਕੀ ਸੋਚਣਗੇ? ਕੀ ਬਾਪ ਨੂੰ ਜਵਾਬ ਦਿੱਤਾ ਹੋਏਗਾ ਕਿ ਕਿੱਦਾਂ ਅਸੀਂ ਉਸ ਨੂੰ ਭੁੱਲੇ? ਕੀ ਉਸ ਨੂੰ ਜਵਾਬ ਦਿੱਤਾ ਹੋਊ ਕਿ ਇੰਨੀ ਦੇਰ ਜਿਹੜਾ ਅਸੀਂ ਤੈਨੂੰ ਦੱਸਿਆ ਨਹੀਂ? ਇਸੇ ਅਸੀਂ ਦੇਖ ਕੇ ਅਣਦੇਖ ਨਹੀਂ ਕਰ ਸਕਦੇ। ਅਸੀਂ ਦੇਖ ਕੇ ਅਣਦੇਖ ਨਹੀਂ ਕਰ ਸਕਦੇ। ਪ੍ਰਭੂ ਦਾ ਸ਼ੁਕਰ ਹੈ ਕਿ ਜਿਹੜੇ ਲੋਕ ਧਰਮ ਔਰ ਧਾਰਮਿਕਤਾ ਦੇ ਵਿੱਚ ਵਿਸ਼ਵਾਸ ਕਰਦੇ ਆ, ਪਰ ਧਰਮ ਔਰ ਧਾਰਮਿਕਤਾ ਦੇ ਵਿੱਚ ਮੁਕਤੀ ਨਹੀਂ ਮਿਲਦੀ। ਉਹਦੇ ਚ ਤੁਸੀਂ ਇਸ ਤਰ੍ਹਾਂ ਮੁਕਤੀ ਦੀ ਖੁਸ਼ੀ ਦੇ ਵਿੱਚ ਬੈਠ ਨਹੀਂ ਸਕਦੇ। ਉਸ ਕਨਾਨ ਦੇ ਵਿੱਚੋਂ, ਜਿੱਦਾਂ ਨਰਕ ਦੇ ਵਿੱਚੋਂ ਦੁੱਧੜ ਉੜਦੀ ਪਈ, ਜਾਨਵਰਾਂ ਦੇ ਵੀ ਖਾਣ ਨੂੰ ਨਹੀਂ, ਬੰਦੇ ਦੇ ਖਾਣ ਦੇ ਲਈ ਤਾਂ ਕੀ ਹੋਣਾ ਉੱਥੇ ਇਸ ਵੇਲੇ ਜਿਸ ਵੇਲੇ ਆ ਰਹੇ। ਉਸ ਨਰਕ ਦੇ ਵਿੱਚ ਯੂਸਫ ਉਹਨਾਂ ਨੂੰ ਕੱਢ ਕੇ ਲੈ ਕੇ ਆ ਰਿਹਾ। ਔਰ ਪ੍ਰਭੂ ਆਪਣਾ ਇੱਕ ਵਾਅਦਾ ਪੂਰਾ ਕਰਦਾ ਪਿਆ। ਉਸਦਾ ਅਸੀਂ ਥੋੜਾ ਜਿਹਾ ਹਿੱਸਾ ਅੱਜ ਦੇਖਾਂਗੇ, ਵੱਡਾ ਹਿੱਸਾ ਉਸਦਾ ਅਸੀਂ ਕੱਲ ਨੂੰ ਦੇਖਾਂਗੇ, ਕਿਉਂਕਿ ਅਸੀਂ we will spend time ਇਸ ਚੈਪਟਰ ਦੇ ਵਿੱਚ। ਚੈਪਟਰ ਬਹੁਤ ਹੀ ਮਹੱਤਵਪੂਰਨ ਚੈਪਟਰ, ਉਤਪਤ ਦੇ ਸਾਰਿਆਂ ਚੈਪਟਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਹੱਤਵਪੂਰਨ ਜਿਹੜਾ ਚੈਪਟਰ ਆ ਉਹ ਇਹ। ਸੋ ਆਓ ਮੇਰੇ ਨਾਲ ਉਤਪਤ ਦੇ 15ਵੇਂ ਭਾਗ ਦੇ ਵਿੱਚ ਆ ਜਾਓ। ਔਰ ਉੱਥੇ ਇੱਕ ਬਜ਼ੁਰਗ ਆ ਜੋ ਹੁਣ ਜਾ ਚੁੱਕਾ ਆ ਪ੍ਰਭੂ ਦੀ ਹਜ਼ੂਰੀ ਦੇ ਵਿੱਚ। ਉਸ ਨੂੰ ਪ੍ਰਭੂ ਨੇ ਇੱਕ ਪ੍ਰੋਮਿਸ ਦਿੱਤਾ ਹੈ। ਸੋ ਆਓ ਇਸ ਨੂੰ ਅਸੀਂ 15ਵਾਂ ਭਾਗ, ਸਾਡਾ ਟਾਈਮ ਹੋ ਗਿਆ, ਕੱਲ ਨੂੰ ਇਸ ਨੂੰ ਪੂਰਾ ਪੜਾਂਗੇ। ਔਰ ਅੱਜ ਅਸੀਂ 12 ਆਇਤ ਤੋਂ ਲੈ ਕੇ ਇਸ ਦੀ 16 ਆਇਤ ਤੱਕ। ਪੇਜ 18। ਫਿਰ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਅਬਰਾਮ ਗੂੜੀ ਨੀਂਦੇ ਸੌ ਗਿਆ ਅਤੇ ਉਸਨੂੰ ਇੱਕ ਡਰਾਉਣੇ ਹਨੇਰੇ ਨੇ ਆ ਘੇਰਿਆ। ਪ੍ਰਭੂ ਨੇ ਅਬਰਾਮ ਨੂੰ ਕਿਹਾ, ਤੇਰਾ ਵੰਸ਼ ਪਰਾਈ ਦੇਸ਼ ਵਿੱਚ ਵੀ ਪਰਦੇਸੀ ਹੋ ਕੇ ਰਹੇਗਾ। ਉੱਥੋਂ ਦੇ ਲੋਕ ਉਹਨਾਂ ਤੇ ਅਤਿਆਚਾਰ ਕਰਨਗੇ ਅਤੇ 400 ਸਾਲਾਂ ਤੱਕ ਉਹਨਾਂ ਨੂੰ ਆਪਣੇ ਦਾਸ ਬਣਾਈ ਰੱਖਣਗੇ। ਪਰ ਪਿੱਛੋਂ ਮੈਂ ਉਸ ਕੌਮ ਦਾ ਨਿਆਂ ਕਰਾਂਗਾ ਜਿਸ ਦੀ ਉਹ ਸੇਵਾ ਕਰਨਗੇ, ਅਤੇ ਤਦ ਤੇਰਾ ਵੰਸ਼ ਬਹੁਤ ਸਾਰਾ ਧਨ ਮਾਲ ਉੱਥੋਂ ਲੈ ਕੇ ਨਿਕਲ ਆਵੇਗਾ। ਪਰ ਤੂੰ ਸ਼ਾਂਤੀ ਨਾਲ ਆਪਣੇ ਪੁਰਖਿਆਂ ਨਾਲ ਜਾ ਮਿਲੇਗਾ ਅਤੇ ਲੰਮੀ ਉਮਰ ਦੇ ਪਿੱਛੋਂ ਤੂੰ ਕਬਰ ਵਿੱਚ ਰੱਖਿਆ ਜਾਵੇਗਾ। ਤੇਰੀ ਚੌਥੀ ਪੁਸ਼ਤ ਇੱਥੇ ਵਾਪਸ ਆਵੇਗੀ, ਕਿਉਂਕਿ ਮੈਂ ਅਮੋਰੀ ਲੋਕਾਂ ਨੂੰ ਇੱਥੋਂ ਉਸ ਸਮੇਂ ਤੱਕ ਨਹੀਂ ਕੱਢਾਂਗਾ ਜਦੋਂ ਤੱਕ ਉਹਨਾਂ ਦੀ ਬੁਰਾਈ ਦੀ ਹੱਦ ਪੂਰੀ ਨਾ ਹੋ ਜਾਵੇ। ਆਮੀਨ।
ਉੱਥੇ ਕੋਈ ਵੀ ਬੁਰਾਈ ਦੀ ਹੱਦ ਪੂਰੀ ਨਾ ਹੋ ਜਾਵੇ। ਸੋ ਪ੍ਰਭੂ ਨੇ ਉਸ ਨੂੰ ਜਿਸ ਲਈ ਉਸ ਦੇ ਨਾਲ ਨੇਮ ਬਣਦੇ ਪਿਆ, ਪ੍ਰਭੂ ਨੇ ਨੇਮ ਬੰਨਿਆ। ਅਬਰਾਹਮ ਦਾ ਨੇਮ ਜਿਹੜਾ ਸੀ ਉਹ ਮੇਨ ਨੇਮ ਸਾਰੇ ਪੁਰਾਣੇ ਨਿਯਮ ਦਾ ਔਰ ਨਵੇਂ ਨਿਯਮ। ਯਿਸੂ ਮਸੀਹ ਨੇ ਨੇਮ ਦੇ ਉੱਤੇ ਨੇਮ ਬੰਨਿਆ ਹੈ ਜਿਹੜਾ ਸਾਨੂੰ ਦਿੱਤਾ ਗਿਆ, ਔਰ ਉਸ ਨੇਮ ਦੇ ਰਾਹੀਂ ਸਾਡੇ ਕੋਲ ਅਬਰਾਹਮ ਦਾ ਵੀ ਨੇਮ ਆ, ਉਸ ਦੇ ਰਾਹੀਂ ਸਾਡੇ ਕੋਲ ਪ੍ਰਭੂ ਯਿਸੂ ਮਸੀਹ ਦਾ ਸਾਨੂੰ ਦਿੱਤਾ ਹੋਇਆ ਜਿਹੜਾ ਨੇਮ ਆ ਉਹ ਵੀ ਸਾਡੇ ਕੋਲ। ਸਾਡੇ ਕੋਲ ਦੋ ਨੇਮ ਜਿਹੜੇ ਆ ਜਿਹੜੇ ਸਾਨੂੰ ਸਾਡੀ ਸੰਪੂਰਨਤਾ ਤੱਕ ਲੈ ਕੇ ਜਾਂਦੇ ਆ। ਸੋ ਇਹ ਪਹਿਲੇ ਨੇਮ ਦਾ ਪਹਿਲਾ ਹਿੱਸਾ ਇੱਥੇ ਪੂਰਾ ਹੁੰਦਾ ਪਿਆ। ਕਿਹੜਾ ਹਿੱਸਾ? ਕਹਿੰਦਾ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਅਬਰਾਹਮ ਗੂੜੀ ਨੀਂਦ ਦੇ ਸੌਂ ਗਿਆ ਅਤੇ ਉਸਨੂੰ ਡਰਾਉਣੇ ਹਨੇਰੇ ਨੇ ਆ ਘੇਰਿਆ। ਕਿਹੜਾ ਡਰਾਉਣਾ ਹਨੇਰਾ? ਉਹ ਦੇਖਦਾ ਪਿਆ ਉਜਾੜ ਹੀ ਉਜਾੜ, ਤੂੰ ਦੜੋੜਦੀ ਪਈ, ਕੁਛ ਨਹੀਂ। ਔਰ ਉਸ ਹਨੇਰੇ ਦੇ ਵਿੱਚੋਂ ਹੁਣ ਪ੍ਰਭੂ ਨੇ ਉਸਦੇ ਲਈ ਕੁਛ ਕਰਨਾ। ਉਸਨੇ ਕਹਿਣਾ, ਪ੍ਰਭੂ ਨੇ ਅਬਰਾਹਮ ਨੂੰ ਕਿਹਾ, ਤੇਰਾ ਵੰਸ਼ ਪਰਾਏ ਦੇਸ਼ ਦੇ ਵਿੱਚ ਪਰਦੇਸੀ ਹੋ ਕੇ ਰਹੇਗਾ ਅਤੇ ਉੱਥੋਂ ਦੇ ਲੋਕ ਉਸ ਤੇ ਅਤਿਆਚਾਰ ਕਰਨਗੇ। ਇਹ ਅਸੀਂ ਗਾਂ ਜਾ ਕੇ ਦੇਖਾਂਗੇ। ਸੋ ਸਾਰੇ ਨੇਮ ਦਾ ਜਿਹੜੀ ਪਹਿਲੀ ਲਾਈਨ ਆ ਉਹ ਪੂਰੀ ਹੁੰਦੀ ਅਸੀਂ ਦੇਖਦੇ ਪਏ। ਜਿਸ ਲਈ ਉਹ ਆਪਣਾ ਸਮਾਨ ਚੁੱਕ ਕੇ ਉਹਨਾਂ ਨੇ ਹੁਣ ਗੱਡੀਆਂ ਦੇ ਉੱਤੇ ਲੱਦ ਲਿਆ ਤੇ ਉਹ ਹੁਣ ਉਧਰ ਨੂੰ ਉਹਨਾਂ ਨੇ ਆਪਣਾ ਮੂੰਹ ਕਰ ਲਿਆ। ਉਹਨਾਂ ਨੇ ਆਪਣਾ ਮੂੰਹ ਮਿਸਰ ਦੇ ਵੱਲ, ਇਜਿਪਟ ਦੇ ਵੱਲ ਕਰ ਲਿਆ। ਸੋ ਉਹ ਜਿਹੜੀ ਪਹਿਲੀ ਲਾਈਨ ਇਸ ਨੇਮ ਦੀ ਆ ਉਹ ਸਾਡੇ ਇਸ 45ਵੇਂ ਭਾਗ ਦੇ ਵਿੱਚ ਇਹ ਪੂਰੀ ਹੁੰਦੀ ਪਈ ਹੈ। ਔਰ ਕੱਲ ਨੂੰ ਅਸੀਂ ਇਸ ਨੂੰ ਵਿਸਥਾਰ ਦੇ ਨਾਲ ਖੋਲ ਕੇ ਦੇਖਾਂਗੇ ਕਿ ਉਹ ਲੋਕ ਕਿੱਥੇ ਜਾ ਕੇ ਬਸੇ, ਕਿਹੜਾ ਇਲਾਕਾ ਉਹਨਾਂ ਨੂੰ ਦਿੱਤਾ ਗਿਆ। ਸੋ ਅਸੀਂ ਕੱਲ ਨੂੰ 45 ਔਰ 46 ਚੈਪਟਰ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਦੇਖਾਂਗੇ। ਸੋ ਕੱਲ ਤੱਕ ਪ੍ਰਭੂ ਸਾਡੇ ਸਭ ਦੇ ਉੱਤੇ ਰਹਿਮ ਕਰੇ, ਸਾਨੂੰ ਆਪਣੇ ਨਜ਼ਦੀਕ ਚ ਬਣਾ ਕੇ ਰੱਖੇ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ, ਤੇਰੇ ਪਿਆਰੇ ਪ੍ਰਭੂ ਇਹ ਨਿਸ਼ਾਨਾਤ ਜੋ ਤੂੰ ਸਾਨੂੰ ਦਿੱਤੇ ਆ ਕਿ ਅਸੀਂ ਪਿੱਛੇ ਮੁੜ ਕੇ ਦੇਖ ਸਕਦੇ ਹਾਂ ਕਿ ਜਿਸ ਦੇ ਉੱਤੇ ਅਸੀਂ ਭਰੋਸਾ ਕੀਤਾ ਉਹ ਭਰੋਸੇਯੋਗ, ਜਿਸ ਦੇ ਨਾਲ ਸਾਡੇ ਅੱਜ ਨੂੰ ਪ੍ਰਭੂ ਜੀ ਸ਼ਾਂਤੀ ਮਿਲਦੀ ਹੈ ਕਿ ਤੂੰ ਸਾਡੇ ਨਾਲ। ਔਰ ਕੱਲ ਦੇ ਲਈ ਪ੍ਰਭੂ ਜੀ ਸਾਡੇ ਮਨ ਦੇ ਵਿੱਚ ਇੱਕ ਉਮੰਗ ਪੈਦਾ ਹੁੰਦੀ, ਇੱਕ ਜੋਸ਼ ਪੈਦਾ ਹੁੰਦਾ। ਜਿਸ ਤਰ੍ਹਾਂ ਯਾਕੂਬ ਨੂੰ ਇਹ ਸੁਣ ਕੇ ਕਿ ਮੇਰਾ ਪੁੱਤਰ ਜਿਉਂਦਾ, ਉਸਨੇ ਕਿਹਾ ਮੈਨੂੰ ਹੋਰ ਕੁਝ ਸੁਣਨ ਦੀ ਲੋੜ ਨਹੀਂ। ਉਹ ਜੋਸ਼ ਦੇ ਨਾਲ ਉੱਠ ਕੇ ਖੜਾ ਹੋ ਗਿਆ। ਇੱਕ ਬਜ਼ੁਰਗ ਜਿਸ ਦੀ ਪੱਟ ਦੀ ਹੱਡੀ ਪ੍ਰਭੂ ਨੇ ਵੱਖਰੀ ਕਰ ਦਿੱਤੀ, ਜੋਸ਼ ਦੇ ਨਾਲ ਉੱਠ ਕੇ ਖੜਾ ਹੋਇਆ ਕਿ ਮੈਂ ਹੁਣ ਉੱਥੇ ਜਾਵਾਂਗਾ, ਹੁਣ ਮੈਂ ਆਪਣੇ ਪੁੱਤਰ ਦੇ ਦਰਸ਼ਨ ਕਰਾਂਗਾ। ਪਿਆਰੇ ਪ੍ਰਭੂ ਤੇਰਾ ਸ਼ੁਕਰ ਕਰਦੇ ਹਾਂ, ਜਦ ਅਸੀਂ ਘਰ ਆਵਾਂਗੇ ਤਾਂ ਅਸੀਂ ਵੀ ਪੁੱਤਰ ਦੇ ਦਰਸ਼ਨ ਕਰਾਂਗੇ। ਉਸ ਦੇ ਚਿਹਰੇ ਤੋਂ ਪ੍ਰਭੂ ਜੀ ਸਾਡੇ ਚਿਹਰਿਆਂ ਨੂੰ ਰੋਸ਼ਨੀ, ਸ਼ਾਂਤੀ, ਔਰ ਜਿਸ ਦਾ ਇੱਕ ਹਿੱਸਾ ਪ੍ਰਭੂ ਜੀ ਇਸ ਧਰਤੀ ਤੇ ਤੂੰ ਸਾਨੂੰ ਦੇ ਰਿਹਾ, ਛੋਟਾ ਹਿੱਸਾ ਤੂੰ ਇਸ ਧਰਤੀ ਤੇ ਦੇ ਰਿਹਾ। ਜਦ ਅਸੀਂ ਇਸ ਉਜਾੜ ਦੇ ਵਿੱਚ ਰਹਿ ਰਹੇ ਹਾਂ, ਇਸ ਕਾਲ ਦੇ ਸਮੇਂ ਦੇ ਵਿੱਚ ਰਹਿ ਰਹੇ ਹਾਂ, ਪਿਆਰੇ ਪ੍ਰਭੂ ਅਸੀਂ ਸਾਡੇ ਤੇ ਬਸ ਪ੍ਰਭੂ ਜੀ ਤੂੰ ਮਾਫ ਕਰ ਸਕਦਾ, ਮਾਫੀ ਦਾ ਦਾਨ ਤੇਰੇ ਕੋਲ। ਆਪਣੀ ਪ੍ਰਭੂ ਜੀ ਕਲੀਸਿਆ ਤੇ ਰਹਿਮ ਕਰ, ਵਚਨ ਦੀ ਭੁੱਖ ਲਾ, ਭੁੱਖ ਨੂੰ ਵਧਾ ਪਿਆਰੇ ਪ੍ਰਭੂ। ਹੁਣ ਤੋਂ ਲੈ ਕੇ ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਬਣੀ ਰਹੇ, ਸਾਡੇ ਬੱਚਿਆਂ ਦੇ ਨਾਲ ਬਣਿਆ ਰਹੇ, ਰਿਸ਼ਤੇ ਨਾਤਿਆਂ ਦੇ ਨਾਲ ਬਣਿਆ ਰਹੇ, ਸਾਡੇ ਮੁਲਕ ਦੇ ਨਾਲ ਬਣਿਆ ਰਹੇ, ਜਿੱਥੋਂ ਅਸੀਂ ਆਏ। ਤੇਰੀ ਕਿਰਪਾ ਦੀ ਨਜ਼ਰ ਜਾਏ ਪਿਆਰੇ ਪ੍ਰਭੂ, ਰਹਿਮ ਕਰਦੇ, ਰਹਿਮ ਕਰਦੇ ਪ੍ਰਭੂ ਜੀ, ਲੋਕਾਂ ਦੇ ਰਹਿਮ ਕਰਦੇ।
खुदावंद ਉਹਨਾਂ ਲੋਕਾਂ ਨੇ ਤੱਕਿਆ ਸੀ ਕਿ ਸਾਡੇ ਇੱਕ ਮਸੀਹਾ ਤੱਕਿਆ ਸੀ ਪ੍ਰਭੂ ਜੀ ਇਸ ਪ੍ਰਾਈਮ ਮਿਨਿਸਟਰ ਮੋਦੀ ਦੇ ਵਿੱਚ। ਪਰ ਪ੍ਰਭੂ ਜੀ ਇਹ ਤਾਂ ਸ਼ੈਤਾਨ ਨਿਕਲਿਆ। ਬਹੁਤਿਆਂ ਦੇ ਦਿਲ ਵੀ ਟੁੱਟੇ ਔਰ ਘਰ ਵੀ ਉਜੜ ਗਏ। ਪਿਆਰੇ ਪ੍ਰਭੂ, ਇਸ ਸਾਰੇ ਸਮੇਂ ਦੇ ਵਿੱਚ ਤੇਰੀ ਹੁਣ ਕਿਰਪਾ ਹੋਏ, ਨਿਸ਼ਾਨ ਦਿਖਣੇ ਸ਼ੁਰੂ ਹੋ ਗਏ ਆ ਪ੍ਰਭੂ ਜੀ। ਧਰਤੀ ਤੇ ਨਿਸ਼ਾਨ ਦੇਖ ਰਹੇ ਹਾਂ ਅਸੀਂ। ਤੇਰੇ ਪੈਰਾਂ ਦੀ ਧਮਕ ਪ੍ਰਭੂ ਜੀ ਸੁਣਨੀ ਸ਼ੁਰੂ ਹੋ ਚੁੱਕੀ ਹੈ। ਪਿਆਰੇ ਪ੍ਰਭੂ ਜੀ, ਸਭ ਤੋਂ ਪਹਿਲਾਂ ਦੁਆ ਇਹ ਹੈ ਕਿ ਤੂੰ ਸਾਡੇ ਤੇ ਰਹਿਮ ਕਰ, ਸਾਡੇ ਤੇ ਰਹਿਮ ਕਰ। अपने प्यारे प्रभु यीशु मसीह के मिठे और प्यारे नाम च सारे भैन भरा बस यू खुदावंद तुहानू बरकत दे। कल नूं मिलांगे और कल नूं असीं 45-46 चैप्टर देखांगे और उस दे नाल थोड़ी जी वर्सां असीं नवें नियम चों देखांगे और पिछे जावांगे। ब्लेसिंग टाइम। प्रभु तुहानू बरकत।